दृष्ट ठहरावे नास का, मन ते भाषण डार। वाहिगुरु जी का खालसा, वाहिगुरु जी की फतेह। जुगो जुग अटल शब्द गुरु बाणी के बोहित चवर तखत मालिक, दसां पातशाहियां जी के आत्मक जोत स्वरूप साहिब श्री गुरु ग्रंथ साहिब जी दे हजूर सुभाईमान गुरु सवारे गुरु प्यारे खालसा सत संगी जनों, वड्डे भाग हैं अपने सबना दे जिन्हां ते सतगुरां जी ने किरपा करके सत संगत करन दा सुभागा समा बख्शिया है। सतगुरां जी दी अमृतमयी बाणी दे कीरतन गुरु घर दे कीर्तनियां दी रसना द्वारा सरवण कीते हन। हुण समा बनया है पावन गुर इतिहास की कथा दा। सतगुरु गुरु गोबिंद सिंह जी महाराज श्री आनंदपुर साहिब दे विच विराजमान हन, जिथे सिख सतगुरां जी के दर्शन करके गुरु उपदेश सुन के अपने जीवन को सफला करते हैं। उथे होर मतां दे लोग भी सतगुरां जी दे कोल चल के आउंदे ने, जिहड़े अपने कर्म कांडां बारे सतगुरां जी नूं पुछदे ने भी ये कित्थों तक जायज़ ने, कित्थों तक ठीक ने, या किस तरह ठीक हो सकते हैं। सनातन मत दे विच शराध पाउण दी प्रवृत्ति है। अपने वड्डे वडेरियां दी याद विच शराध करते हैं खास दिनां दे विच। ते हुण जो कुछ हो रहा है वो सब नूं पता है। तो सतगुरु जी दसदे हन भी जिन्हें श्राद्ध कराउणा है जां जिन्हें करना है वो अपने जीवन दे विच किस तरह के होने चाहिए ने। कोई दान लैंदा है तो दान लेण वाला किस तरह का होना चाहिए, अपने जप तप दे विच पूरा बेविचारी ना होवे। ते इसे तरह ही जिन्हें भाई दान करना है, जिन्हें धार्मिक काम कराउणा है वो भी पूरा चाहिए। जो पूरे उतरते हैं तो उन्होंने उहदे विच कुछ ना कुछ सफलता ही मिल सकती है। सिखां दे विच गल्लां प्रवृत्त नहीं हैं। सतगुरां जी ने सिखां नूं तां इक्को ही सिक्ख्या दित्ती है भी भुखे दे मूँह दे विच पा देना, इस तो वड्डा कोई हवन नहीं है, इस तो वड्डा कोई सराध नहीं है। सिख ने नाम जपना है, किरत करनी है तो वंड के छकना है, तो गुरु की रजा विच रह के जीवन बतीत करना है, तो अपने जीवन का आनंद माणना है। माता जीतो जी सतगुरां जी नूं बेनती करके अपना अभ्यास वधाउण की इजाजत लेंदे ने। वो उन्होंने शुरू किया है। इथों कथा की रंभता हुंदी है और रसना ते मुख नूं करिए पवित्र। बोलो जी सतनाम श्री वाहिगुरु साहिब जी। सतनाम श्री वाहिगुरु साहिब जी। दोहरा अल्प आहार न होई कर बैठे
ਆਸਣ ਧਾਰ। ਜਿਹੜੇ ਅਭਿਆਸੀ ਬੰਦੇ ਨੇ ਉਹਨਾਂ ਦੇ ਥੋੜ੍ਹੇ ਜਿਹੇ ਨਿਯਮ ਹੁੰਦੇ ਨੇ, ਪਰ ਸਤਿਗੁਰਾਂ ਜੀ ਨੇ ਸਾਰੇ ਸਿੱਖ ਜਗਤ ਨੂੰ ਇੱਕੋ ਹੀ ਸਿੱਖਿਆ ਦਿੱਤੀ ਕਿ ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਆਹਾਰ ਜਿਹੜਾ ਅਲਪ ਥੋੜ੍ਹਾ ਛਕਣਾ, ਤੇ ਜਿਹੜੀ ਨਿੰਦਰਾ ਉਹ ਵੀ ਘੱਟ ਤੋਂ ਘੱਟ, ਦਇਆ ਤੇ ਛਿਮਾ ਦੇ ਨਾਲ ਪ੍ਰੀਤ ਕਰਨੀ ਹੈ। ਕਿਉਂਕਿ ਬਹੁਤਾ ਜਿਹੜਾ ਭੋਜਨ ਹੈ ਲੋੜ ਤੋਂ ਜ਼ਿਆਦਾ ਉਹ ਫਿਰ ਸੁਸਤੀ ਪਾਉਂਦਾ ਹੈ, ਫਿਰ ਭਜਨ ਕਰਨ ਦੇ ਵਿੱਚ ਦਿੱਕਤ ਆਉਂਦੀ ਅਭਿਆਸੀਆਂ ਨੂੰ। ਇਸ ਲਈ ਥੋੜ੍ਹਾ ਛਕਣਾ ਤੇ ਥੋੜ੍ਹਾ ਹੀ ਸੌਣਾ। ਦ੍ਰਿਸ਼ਟ ਠਹਿਰਾਵੈ ਨਾਸ ਕਾ, ਮਨ ਤੇ ਬਾਸ਼ਣ ਡਾਰ। ਯੋਗ ਮਤ ਦੇ ਵਿੱਚ ਧਿਆਨ ਦੱਸਿਆ ਉਹਨਾਂ ਨੇ ਟਿਕਾਉਣਾ ਕਿੱਥੇ? ਤਿਰਕੁਟੀ ਦੇ ਵਿੱਚ। ਤਿਰਕੁਟੀ ਹੁੰਦੀ ਜਿੱਥੇ ਆਪਣੇ ਨੱਕ ਦਾ ਜੋੜ ਹੈ, ਪਰਵੱਟਿਆਂ ਦੇ ਵਿਚਕਾਰ ਜਿਹੜੀ ਥਾਂ। ਯੋਗੀ ਲੋਕ ਇੱਥੇ ਧਿਆਨ ਟਿਕਾਉਂਦੇ ਨੇ, ਇਹ ਤਿਰਕੁਟੀ ਹੈ। ਇਹ ਸਤਿਗੁਰਾਂ ਜੀ ਨੇ ਕਿਹਾ ਵੀ ਤਿਰਕੁਟੀ ਕੀ ਹੈ? ਰਾਜਗੁਣ ਤਾਮ ਗੁਣ ਸਤਗੁਣ ਕਹੀਐ, ਇਹ ਤੇਰੀ ਸਭ ਮਾਇਆ। ਇਹ ਤਿੰਨ ਗੁਣਾਂ ਦੀ ਤਿਰਕੁਟੀ ਬਣੀ ਹੋਈ ਹੈ, ਤੇ ਇਹਨਾਂ ਤਿੰਨਾਂ ਤੋਂ ਪਰੇ ਜਾ ਕੇ ਚੌਥੇ ਪਦ ਨੂੰ ਵੇਖਣਾ, ਇਹ ਸਿੱਖਾਂ ਦੇ ਯੋਗ ਦਾ ਅੰਗ ਹੈ। ਤਿਰਕੁਟੀ ਵਿੱਚ ਧਿਆਨ ਟਿਕਾਉਣਾ ਅੱਖਾਂ ਦੇ ਭਰਵੱਟਿਆਂ 'ਚ ਯੋਗ ਮਤ ਦਾ ਅੰਗ ਹੈ, ਤੇ ਗੁਰਮਤ ਦਾ ਜਿਹੜਾ ਅੰਗ ਹੈ ਉਹ ਹੈ ਤਿਰਕੁਟੀ। ਤਿੰਨਾਂ ਗੁਣਾਂ ਤੋਂ ਪਰੇ ਜਾ ਕੇ ਵੇਖਣਾ ਬ੍ਰਹਮ ਨੂੰ, ਪਰਮਾਤਮਾ ਨੂੰ। ਸੋ ਜੋਗੀ ਲੋਕ ਤਿਰਕੁਟੀ ਵਿੱਚ ਧਿਆਨ ਟਿਕਾਉਂਦੇ ਹਨ। ਜੋ ਪਾਈ ਖਸ਼ਟ ਮਹੀਨੇ ਸਾਧਿਓ ਜਬ। 6 ਮਹੀਨੇ ਦਾ ਸਮਾਂ ਜਦੋਂ ਬਤੀਤ ਹੋ ਜਾਂਦਾ ਹੈ, ਲੰਘ ਜਾਂਦਾ ਹੈ, ਸਿੱਧਾ ਪ੍ਰਾਪਤ ਹੋਈ ਸਭ। ਯੋਗੀ ਲੋਕ ਕਹਿੰਦੇ ਵੀ ਇੱਥੇ ਜਾ ਕੇ ਫਿਰ ਸਿੱਧੀਆਂ ਦੀ ਪ੍ਰਾਪਤੀ ਹੁੰਦੀ। ਸਿੱਧੀ ਹੁੰਦੀ ਹੈ ਸ਼ਬਦ ਦੇ ਨਾਲ ਸੰਬੰਧ ਰੱਖਦੀ ਹੈ, ਵੀ ਜੋ ਜ਼ੁਬਾਨ ਤੋਂ ਕਹਿਤਾ ਉਹ ਹੋ ਗਿਆ, ਇਹਨੂੰ ਸ਼ਬਦ ਸਿੱਧੀ ਕਹਿੰਦੇ ਨੇ। ਰਿੱਧੀ ਹੁੰਦੀ ਬਣੀ ਬਣਾਈ, ਨਾਮ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ, ਜੋ ਹਾਰ ਹਿਰਦੈ ਸਦਾ ਵਸਾਏ। ਸਤਿਗੁਰੂ ਜੀ ਕਹਿੰਦੇ ਵੀ ਜਿਹਨੇ ਹਿਰਦੇ 'ਚ ਪ੍ਰਮਾਤਮਾ ਦਾ ਨਾਮ ਵਸਾ ਲਿਆ, 9 ਤਰ੍ਹਾਂ ਦੀਆਂ ਨਿਧੀਆਂ, 18 ਤਰ੍ਹਾਂ ਦੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ, ਗੁਰੂ ਦੇ ਸਿੱਖਾਂ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ। ਪਰ ਸਿੱਖ ਨੂੰ ਹੁਣ ਗੁਰੂ ਨੇ ਕਹਿਤਾ ਵੀ ਰਿੱਧ ਸਿੱਧ ਸਾ ਮੋਹ ਹੈ, ਨਾਮ ਨਾ ਵਸੈ ਮਨ ਮਾਹੇ। ਸਿੱਖ ਨੂੰ ਕਹਿਤਾ ਵੀ ਸਿੱਖਾ ਰਿੱਧੀਆਂ ਸਿੱਧੀਆਂ ਵੀ ਮੋਹ ਨੇ, ਨਾਮ ਨਹੀਂ ਮਨ 'ਚ ਬਸਣਾ। ਰਿੱਧ ਸਿੱਧ ਸਭ ਅਵਰਾ ਸਾਧ। ਤੇ ਸਤਿਗੁਰਾਂ ਜੀ ਨੇ ਕਹਿਤਾ ਵੀ ਤੂੰ ਇਹਨਾਂ ਵੱਲ ਵੇਖਣਾ ਵੀ ਨਹੀਂ, ਜੇ ਦੇਖੇਗਾ ਤੇ ਫਿਰ ਫਸੇਗਾ, ਫਿਰ ਨਾਮ ਦੇ ਸਵਾਦ ਤੋਂ ਵਾਂਝਾ ਰਹਿ ਜਾਏਗਾ। 6 ਮਹੀਨਿਆਂ ਬਾਅਦ ਇਹ ਸਿੱਧੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਅਭਿਆਸੀ ਨੂੰ, ਸਾਧਨ ਕਰਨ ਵਾਲੇ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਬਚਨ ਦੇ ਵਿੱਚ ਕੋਈ ਤਾਕਤ ਆ ਗਈ, ਜੋ ਮੈਂ ਕਹਿੰਦਾ ਵੀ ਉਹ ਹੋ ਜਾਂਦਾ ਹੈ। ਜਿਵੇਂ ਬਾਬਾ ਫਰੀਦ ਜੀ ਦੇ ਜੀਵਨ ਦੀ ਸਾਖੀ ਹੈ। ਪਹਿਲੀ ਵਾਰੀ ਗਏ, 12 ਸਾਲ ਤਪੱਸਿਆ, ਪਰ ਮਾਤਾ ਨੇ ਫੇਲ ਕਰਤਾ। ਕਹਿੰਦੀ ਨਾ, ਦਰਖਤਾਂ ਨਾਲੋਂ ਪੱਤੇ ਤੋੜ ਕੇ ਖਾਂਦਾ ਰਿਹਾ। ਇੱਕ ਆਦੀ ਭਗਤੀ ਹੈ ਇਹ। ਦੁਬਾਰੇ ਫੇਰ ਭਗਤੀ ਕਰਕੇ ਆਇਆ, 12 ਸਾਲ ਫੇਰ ਲੰਘ ਗਏ। ਚਿੜੀਆਂ ਬੋਲ ਰਹੀਆਂ ਨੇ ਤੇ ਥੋੜ੍ਹਾ ਜਿਹਾ ਮਨ ਉਥਾਨ ਹੋਇਆ, ਸੰਕਲਪ ਹੋਇਆ ਵੀ ਚਿੜੀਆਂ ਮਰ ਜਾਣ। ਚਿੜੀਆਂ ਮਰ ਗਈਆਂ। ਫਿਰ ਮਨ 'ਚ ਆਇਆ ਵੀ ਮਨਾ ਮਾਰਨਾ ਠੀਕ ਨਹੀਂ ਸੀ, ਹੈ ਜਿਉਂਦੀਆਂ ਠੀਕ ਸੀ, ਠੀਕ ਹੋ ਗਈਆਂ। ਤੇ ਬਾਬੇ ਫਰੀਦ ਨੂੰ ਲੱਗਿਆ ਵੀ ਗੱਲ ਬਣ ਗਈ।
ਤੇ ਜਦੋਂ ਪਤਾ ਲੱਗਿਆ ਵੀ ਗੱਲ ਬਣੀ ਤੇ ਤੁਰਿਆ ਘਰ ਨੂੰ, ਤੇ ਰਸਤੇ ਵਿੱਚ ਕੀ ਵੇਂਦਾ, ਪਿਆਸ ਲੱਗੀ, ਸਾਹਮਣੇ ਖੂਹ ਹੈ, ਇੱਕ ਬੀਬਾ ਜੀ ਪਾਣੀ ਕੱਢ ਕੇ ਡੋਲੀ ਜਾਂਦਾ। ਆਂਦਾ ਬੀਬਾ ਜੀ ਪਾਣੀ ਪਾ ਦਿਓ। ਉਹ ਕਹਿੰਦੀ ਵੀ ਗੱਲ ਸੁਣ, ਮੇਰੀ ਭੈਣ ਦੇ ਘਰੇ ਲੱਗੀ ਅੱਗ, ਮੈਂ ਬੁਝਾ ਦਿਆਂ, ਤੈਨੂੰ ਪਾਣੀ ਪਿਆ ਦਿੰਦੀ ਹੈ, ਤੇਰੇ ਵਾਲਾ ਕੰਮ ਨਹੀਂ ਹੈ ਵੀ ਕਦੇ ਚਿੜੀਆਂ ਮਾਰਤੀਆਂ, ਕਿਤੇ ਚਿੜੀਆਂ ਜਵਾਤੀਆਂ। ਇਹ ਭਗਤੀ ਮੰਨੀ ਨਹੀਂ, ਪ੍ਰਵਾਨ ਨਹੀਂ ਹੋਈ। ਇੱਥੇ ਵੀ ਮਾਣ ਆ ਗਿਆ। ਤੇ ਬਾਬਾ ਫਰੀਦ ਜੀ ਨੇ ਦੇਖਿਆ ਵੀ ਉੱਥੇ ਕੋਈ ਹੈ ਨਹੀਂ ਸੀ। ਉਹਨੂੰ ਕਿਵੇਂ ਪਤਾ ਲੱਗਿਆ? ਉਹ ਕਹਿੰਦੀ ਤੂੰ ਪਾਣੀ ਪੀ ਤੇ ਆਪਣਾ ਰਸਤਾ ਫੜ, ਮੇਰੀ ਤਪੱਸਿਆ ਤੋਂ ਤੂੰ ਕੀ ਲੈਣਾ? ਬਾਬਾ ਫਰੀਦ ਜੀ ਨੇ ਕਿਹਾ ਵੀ ਇਹ ਵੀ ਠੀਕ ਨਹੀਂ ਹੈ। ਸਾਬਤ ਸਿੱਧੀ, ਮੇਰੇ ਕਿਹਾ ਕੁਝ ਹੋ ਜਾਂਦਾ, ਇਹ ਵੀ ਨਹੀਂ ਕੁਝ ਹੈ। ਜਦੋਂ ਮਨ 'ਚ ਆਇਆ ਵੀ ਮਨਾ ਇਹ ਵੀ ਕੁਝ ਨਹੀਂ ਹੈ, ਉੱਥੇ ਨਾ ਕੋਈ ਖੂਹ ਸੀ, ਨਾ ਉੱਥੇ ਕੋਈ ਪਾਣੀ ਭਰਦਾ ਸੀ, ਨਾ ਉੱਥੇ ਕੋਈ ਅੱਗ ਲੱਗੀ, ਕੁਝ ਵੀ ਨਹੀਂ ਸੀ ਹੈ। ਬਸ ਮਾਣ ਹੀ ਦੂਰ ਕਰਨਾ ਸੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਸਿੱਧੀ ਆ ਗਈ ਤਾਂ ਕੀ ਹੈ? ਕੁਝ ਵੀ ਨਹੀਂ ਹੈ। ਮਰ ਜੋ ਚੀੜਿਓ, ਜੀ ਜੋ ਚੀੜੀਏ। ਇਹ ਰੀਧੀਆਂ ਸਿੱਧੀਆਂ ਸਤਿਗੁਰਾਂ ਜੀ ਨੇ ਕਿਹਾ ਵੀ ਤੂੰ ਫਸਣਾ ਨਹੀਂ ਸਿੱਖਾ ਇਹਨਾਂ ਦੇ ਵਿੱਚ। ਆ ਜਾਂਦੀਆਂ ਪਿੱਛੇ ਤੁਰੀਆਂ ਫਿਰਦੀਆਂ, ਪਰ ਸਿੱਖ ਇਹਨਾਂ ਵੱਲ ਧਿਆਨ ਨਹੀਂ ਦਿੰਦਾ। ਤੇ ਦਿਆ ਦੇ ਦਿੱਤਾ ਤੇ ਫਸ ਗਿਆ। ਜਿਹੜਾ ਇਹਨਾਂ 'ਚ ਫਸ ਗਿਆ ਫਿਰ ਨਾਮ ਦੇ ਰਸਤੋਂ ਵਾਂਝਾ ਰਹਿ ਜਾਏਗਾ। ਇੱਥੇ ਕੀ ਹੁੰਦਾ? ਫਿਰ ਚੇਲੇ ਚਪਟੇ ਬਣਨੇ ਸ਼ੁਰੂ ਹੋ ਜਾਂਦੇ ਨੇ। ਬਾਬਾ ਕਬੀਰ ਜੀ ਕਹਿੰਦੇ ਸਿੱਖ ਸਾਖਾ ਬਹੁਤੇ ਕੀਓ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ, ਵਿੱਚੇ ਅਟਕਿਓ ਚੀਤ। ਇਹ ਵੀ ਡਿੱਕਾ ਹੈ, ਇਹ ਵੀ ਪਾਰ ਕਰਨਾ ਪੈਂਦਾ ਧਰਮੀ ਪੁਰਸ਼ਾਂ ਨੂੰ। 6 ਮਹੀਨਿਆਂ ਬਾਅਦ ਜੋਗੀ ਲੋਕ ਕਹਿੰਦੇ ਰਿੱਧੀਆਂ ਸਿੱਧੀਆਂ ਆ ਜਾਂਦੀਆਂ, ਤੇ ਆ ਗਈਆਂ। ਸਾਧਤ ਦਵਾਦਸ਼ ਮਾਸ ਬਿਤਾਏ। ਕਿਉਂ ਕਰਦਿਆਂ ਕਰਦਿਆਂ ਫਿਰ ਸਾਲ ਲੰਘ ਗਿਆ, ਅੱਗੇ ਚਲੇ ਗਏ। ਅੰਤਰ ਜਾਮਤਾ ਔਰ ਵਿਦਤਾਏ। ਇੱਥੇ ਫਿਰ ਅੰਤਰ ਜਾਮਤਾ ਹੋ ਜਾਇਆ ਕਰਦੀ ਹੈ। ਅੰਤਰ ਆਤਮੇ ਗਿਆਨ ਹੋ ਜਾਣਾ, ਬਾਹਰ ਦਾ ਗਿਆਨ ਦਾ, ਅੱਗੇ ਦਾ, ਪਿੱਛੇ ਦਾ, ਤ੍ਰੈ ਕਾਲਦਰਸ਼ੀ, ਤ੍ਰੈ ਲੋਕ ਦੀ ਜਾਣਕਾਰੀ। ਇਹ ਗੱਲਾਂ ਉੱਥੇ ਹੋ ਜਾਇਆ ਕਰਦੀਆਂ ਨੇ, ਪਤਾ ਲੱਗ ਜਾਂਦਾ। ਅੰਤਰ ਜਾਮਤਾ ਹੋ ਜਾਇਆ ਕਰਦੀ ਇੱਥੇ ਆ ਕੇ। ਭੂਤ ਭਵਿੱਖਤ ਕੀ ਸਭ ਬਾਤ। ਇੱਥੇ ਬੀਤੇ ਦਾ ਵੀ ਪਤਾ ਚੱਲ ਜਾਂਦਾ ਤੇ ਆਉਣ ਵਾਲੇ ਸਮੇਂ ਦਾ ਵੀ ਪਤਾ ਚੱਲ ਜਾਂਦਾ। ਪਿੱਛੇ ਕੀ ਹੋਇਆ ਸੀ, ਅੱਗੇ ਕੀ ਹੋਣਾ। ਵਰਤਮਾਨ ਦਾ ਤਾਂ ਪਤਾ ਹੀ ਹੈ, ਪਰ ਅੱਗੇ ਪਿੱਛੇ ਦਾ ਵੀ ਪਤਾ ਲੱਗ ਜਾਂਦਾ। ਜਿਵੇਂ ਕਈ ਆਪਣੇ ਜਨਮ ਬਾਰੇ ਦੱਸ ਦਿੰਦੇ ਆ ਵੀ ਮੇਰਾ ਪਿੱਛੇ ਜਨਮ ਸੀ, ਜਾਂ ਇਹ ਵੀ ਦੱਸ ਦਿੰਦੇ ਆ ਵੀ ਮੇਰਾ ਅੱਗੇ ਜਨਮ ਹੋਣਾ। ਹੁਣ ਪਿੱਛੇ ਜਨਮ ਹੋਇਆ ਸੀ, ਉਹਨਾਂ ਮਾਤਾ ਪਿਤਾ ਨੂੰ ਜਾ ਕੇ ਮਿਲ ਲਓ ਵੀ ਮੈਂ ਪਿੱਛੇ ਤੁਹਾਡਾ ਪੁੱਤਰ ਸੀ ਜਾਂ ਤੁਹਾਡੀ ਧੀ ਸੀ, ਤਾਂ ਉਹ ਸਾਨੂੰ ਐਕਸੈਪਟ ਥੋੜੀ ਕਰਨਗੇ। ਉਹ ਕਹਿਣਗੇ ਵੀ ਹੋਵੇਗਾ, ਹੁਣ ਨਹੀਂ, ਹੁਣ ਤਾਂ ਉਹੀ ਤੇਰੇ ਮਾਤਾ ਪਿਤਾ ਨੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਹੈ। ਤੇ ਜੇ ਸਾਨੂੰ ਪਤਾ ਲੱਗ ਜਾ ਵੀ ਅਗਲਾ ਜਨਮ ਕਿੱਥੇ ਹੋਣਾ, ਤੇ ਆਪਾਂ ਉਹਨਾਂ ਨੂੰ ਕਹਿ ਦਈਏ ਜਾ ਕੇ ਵੀ ਮੈਂ ਤੁਹਾਡੇ ਘਰੇ ਪੁੱਤਰ ਹੋ ਕੇ, ਉਹ ਕਹਿੰਦੇ ਜਦ ਜਨਮ ਲਏਗਾ ਗੱਲ ਉਦੋਂ ਦੀ ਹੈ। ਸੋ ਪਿੱਛੇ ਜਾਓ ਤਾਂ ਵੀ ਨਹੀਂ ਕੁਝ ਬਣਦਾ, ਅੱਗੇ ਚਲੇ ਜਾਓ ਤਾਂ ਵੀ ਨਹੀਂ ਕੁਝ ਨਹੀਂ ਬਣਦਾ। ਇਸ ਕਰਕੇ ਰਹਿਣਾ ਤਾਂ ਉੱਥੇ ਹੀ ਪਊਗਾ ਜਿੱਥੇ ਆਪਾਂ ਹੈਗੇ ਆ। ਜੇ ਬੀਤੇ ਦਾ ਪਤਾ ਚੱਲ ਗਿਆ ਤਾਂ ਵੀ ਕੋਈ ਗੱਲ ਨਹੀਂ, ਅੱਗੇ ਦਾ ਪਤਾ ਚੱਲ ਗਿਆ ਤਾਂ ਵੀ ਕੋਈ ਗੱਲ ਨਹੀਂ। ਪਿੱਛੇ ਜਾ ਨਹੀਂ ਸਕਦਾ, ਅੱਗੇ ਵੀ ਨਹੀਂ ਜਾ ਸਕਦਾ, ਤਾਂ ਤੇ ਵਰਤਮਾਨ ਵਿੱਚ ਵਰਤਦਾ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦਾ ਸਿੱਖ ਜਿਹੜਾ ਹੈ ਉਹ ਵਰਤਮਾਨ ਦੇ ਵਿੱਚ ਹੀ ਰਹਿੰਦਾ ਹੈ। ਵਰਤਮਾਨ ਵਿੱਚ ਕੀ ਹੈ ਕਿ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਵਰਤਮਾਨ ਦੇ ਵਿੱਚ ਸਿਮਰਨ ਹੈ ਪ੍ਰਮਾਤਮਾ ਦਾ, ਹੋਰ ਕੁਝ ਨਹੀਂ ਹੈ। ਸੋ ਭੂਤ ਭਵਿੱਖ ਦਾ ਇੱਥੇ ਵਰਤਮਾਨ ਦਾ ਪਤਾ ਚੱਲ ਜਾਂਦਾ ਹੈ। ਤਿੰਨੇ ਹੀ ਕਾਲ ਜਿਹੜੇ ਹਨ ਉਹ ਸਾਹਮਣੇ ਆ ਜਾਂਦੇ ਨੇ। ਭਾਈ ਹਿਰਦੇ ਮੈਂ ਸਭ ਬਖਿਆਤ। ਆ ਪਤਾ ਚੱਲ ਜਾਇਆ ਕਰਦਾ ਹੈ, ਗਿਆਨ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ ਹੈ। ਗੁਰ ਕੀ ਗਤ ਜਬ ਹੂੰ ਮਨ ਜਾਣੀ। ਇਹ ਫਿਰ ਕਿਤੇ ਧਿਆਨ ਚਲਿਆ ਗਿਆ, ਆਪਣੇ ਤੇ ਆ ਗਿਆ, ਆਪਣੇ ਪਰਿਵਾਰ ਤੇ ਆ ਗਿਆ, ਤੇ ਉਹ ਵੀ ਫਿਰ ਸਾਹਮਣੇ ਆ ਗਿਆ। ਕਿਉਂਕਿ ਜਦੋਂ ਵਰਤਮਾਨ ਹੀ ਸਾਹਮਣੇ ਆ ਗਿਆ, ਜਦੋਂ ਜਿਹੜਾ ਫਿਊਚਰ ਹੈ ਸਾਹਮਣੇ ਆ ਗਿਆ, ਤੇ ਉਹਦੇ 'ਚ ਸਾਰਾ ਕੁਝ ਹੀ ਸਾਹਮਣੇ ਆ ਗਿਆ। ਤੇ ਕੀ ਵੇਖਦੇ ਹਨ ਉੱਥੇ ਮਾਤਾ ਜੀ? ਜੰਗ ਬੀਜ ਹੋ ਸੰਤਤ ਹਾਨੀ। ਇਹ ਮੇਰੇ ਜਿਹੜੇ ਪੁੱਤਰ ਨੇ ਨਾ,
ਇਹਨਾਂ ਦੀ ਸ਼ਹੀਦੀ ਜਿਹੜੀ ਆ ਉਹ ਜੰਗਾਂ ਯੁੱਧਾਂ ਦੇ ਵਿੱਚ ਹੋਣੀ, ਜੰਗ ਅਖਾੜਿਆਂ ਦੇ ਵਿੱਚ ਹੋਣੀ। ਤਿੰਨੇ ਪੁੱਤਰਾਂ ਨੂੰ ਮਾਤਾ ਜੀ ਵੇਖਦੇ ਵੀ ਇਹ ਮੈਨੂੰ ਵਿਆਹਣ ਦਾ ਕੋਈ ਮੌਕਾ ਨਹੀਂ ਮਿਲਣਾ, ਮੈਂ ਕੋਈ ਨੂੰਹਾਂ ਨਹੀਂ ਲਿਆਣੀਆਂ, ਮੇਰੇ ਕੋਲ ਪੋਤਰੇ ਨਹੀਂ ਹੋਣੇ, ਇਹ ਪਹਿਲਾਂ ਹੀ ਕੰਮ ਹੋ ਜਾਣਾ ਹੈ। ਸਤਿਗੁਰਾਂ ਜੀ ਬਾਰੇ ਜਾਣਿਆ ਅਪਰਬਾਰਤਾ ਸਭ ਵਿਦਤਾਈ, ਸਭ ਕੁਝ ਪਤਾ ਲੱਗ ਗਿਆ, ਸਭ ਕੁਝ ਸਾਹਮਣੇ ਆ ਜਾਂਦਾ ਹੈ। ਇੱਕ ਦਿਨ ਪੁਨ ਸਤਿਗੁਰ ਟਿਕਿਆਈ, ਫਿਰ ਮਾਤਾ ਜੀ ਨੇ ਜੋ ਥੋੜਾ ਜਿਹਾ ਪਤਾ ਲੱਗਿਆ ਨਾ, ਫਿਰ ਗੁਰੂ ਜੀ ਦੇ ਕੋਲ ਆਏ ਬੇਨਤੀ ਕਰਨ। ਸਕਲ ਕਲਾ ਸਮਰਥ ਗੁਰ ਪੂਰਨ, ਸਤਿਗੁਰੂ ਜੀ ਆਪ ਸਰਬ ਕਲਾ ਸਮਰੱਥ ਹੋ। ਸਮਰੱਥ ਕਹਿੰਦੇ ਹਨ ਵੀ ਜੋ ਨਹੀਂ ਹੋ ਸਕਦਾ ਉਹਨੂੰ ਵੀ ਕਰ ਦੇਵੇ। ਸਮਰੱਥ ਦਾ ਅਰਥ ਕੀ ਹੁੰਦਾ ਜੀ? ਜੋ ਕੁਝ ਨਹੀਂ ਹੋ ਸਕਦਾ, ਸਮਾਂ ਅੱਗੇ ਪਿੱਛੇ ਨਹੀਂ ਹੋ ਸਕਦਾ, ਪਰ ਕਿਰਤੀ ਦੇ ਜਿਹੜੇ ਨਿਯਮ ਨੇ ਉਹ ਬਦਲਦੇ ਨਹੀਂ। ਅੱਗ ਦਾ ਆਪਣਾ ਸੁਭਾਅ ਨਹੀਂ ਬਦਲਦਾ, ਪਾਣੀ ਦਾ ਸੁਭਾਅ ਨਹੀਂ ਬਦਲਦਾ, ਹਵਾ ਦਾ ਸੁਭਾਅ ਨਹੀਂ ਬਦਲਦਾ, ਇਹ ਪ੍ਰਕਿਰਤੀ ਦੇ ਨਿਯਮ ਨੇ। ਪਰ ਸਮਰੱਥ ਸਮੇਂ ਨੂੰ ਵੀ ਅੱਗੇ ਪਿੱਛੇ ਕਰ ਸਕਦਾ ਹੈ, ਇਹਨਾਂ ਦੇ ਸੁਭਾਅ ਨੂੰ ਵੀ ਬਦਲ ਸਕਦਾ ਹੈ, ਉਹਨੂੰ ਕਹਿੰਦੇ ਨੇ ਸਮਰੱਥ। ਸਤਿਗੁਰੂ ਜੀ ਆਪ ਸਰਬ ਕਲਾ ਸਮਰੱਥ ਹੋ। ਥਪ ਹੋ ਥਪ ਰਾਵਣ ਤੂਰਨ, ਖਿਨ ਮੈਂ ਥਾਪੋ ਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਜਿਹੜਾ ਗੁਣ ਪ੍ਰਮਾਤਮਾ ਵਿੱਚ ਹੈ ਉਹ ਗੁਰੂ ਵਿੱਚ ਹੈ, ਤੇ ਜਿਹੜਾ ਗੁਣ ਗੁਰੂ ਵਿੱਚ ਹੈ ਉਹ ਹੀ ਪ੍ਰਮਾਤਮਾ 'ਚ ਹੈ। ਕਿਉਂਕਿ ਗੁਰੂ ਤੇ ਪਰਮੇਸ਼ਰ ਦੋਵੇਂ ਨੇ, ਇੱਕੋ ਹੀ ਨੇ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਤੇ ਪ੍ਰਮਾਤਮਾ 'ਚ ਫਰਕ ਨਹੀਂ ਹੈ। ਜੋ ਪ੍ਰਮਾਤਮਾ ਕਰ ਸਕਦਾ ਉਹ ਗੁਰੂ ਕਰ ਸਕਦਾ, ਹੋਰ ਨਹੀਂ ਕੋਈ ਕਰ ਸਕਦਾ। ਸੋ ਆਪ ਜੀ ਸਰਬ ਕਲਾ ਸਮਰੱਥ ਹੋ, ਜੋ ਚਾਹੋ ਕਰ ਸਕਦੇ ਹੋ। ਇੱਕ ਛਿਨ ਦੇ ਵਿੱਚ ਹੀ ਬਣਾ ਸਕਦੇ ਹੋ, ਢਾ ਸਕਦੇ ਹੋ। ਖਾਲੀ ਪਰੋ ਪਰੇ ਕਰ ਖਾਲੀ, ਰੀਤੇ ਭਰੇ ਭਰੇ ਸਖਨਾਵੇ, ਜੇ ਤਾ ਕੋ ਵਿਹਾਰੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਖਾਲੀਆਂ ਨੂੰ ਭਰ ਦਿੰਦਾ, ਭਰਿਆਂ ਨੂੰ ਖਾਲੀ ਕਰ ਛੱਡਦਾ। ਇਹ ਮਾਲਕ ਦਾ ਕੰਮ ਹੈ। ਆਪੋ ਨਾ ਸੋਚੋ ਉਤਾਲੀ, ਛੇਤੀ ਦੇ ਨਾਲ ਜਿਵੇਂ ਚਾਹੋ ਖਿਨ ਮੈਂ ਥਾਪ ਉਥਾਪ ਦਾ ਇੱਕ ਛਿਨ ਦੇ ਵਿੱਚ ਹੀ, ਦੂਸਰਾ ਕੋਈ ਨਾ ਹੀ, ਉਸ ਤੋਂ ਬਿਨਾਂ ਦੂਸਰਾ ਕੋਈ ਨਹੀਂ ਹੈ, ਉਹੀ ਹੈ ਬਸ। ਚਾਹੋ ਬਣਾ ਦਿਓ, ਚਾਹੋ ਢਾ ਦਿਓ। ਜਗ ਮੈਂ ਬੰਸ ਰਾਖ ਬੋ ਕਰੀ ਗਏ। ਕਹਿੰਦੇ ਮਹਾਰਾਜ ਵੀ ਮੇਰੀ ਇੱਕ ਬੇਨਤੀ ਹੈ ਵੀ ਜੋ ਮੇਰੇ ਸਾਹਮਣੇ ਆਇਆ ਹੈ, ਹੋਣਾ ਤੇ ਉਹ ਹੈ ਹੀ ਹੈ, ਪਰ ਜਿਵੇਂ ਸਾਡੀ ਸੋਚ ਹੋਇਆ ਕਰਦੀ ਕਿ ਪੁੱਤੀ ਗੰਢ ਪਵੇ ਸੰਸਾਰ, ਪੁੱਤਾਂ ਦੇ ਨਾਲ ਸੰਸਾਰ ਦੇ ਵਿੱਚ ਗੰਢ ਪੈਂਦੀ। ਮਾਤਾ ਪਿਤਾ ਦਾ ਝਗੜਾ, ਗੋਰੀ ਸੇਤੀ ਟੁੱਟੈ ਪਧਾਰ, ਪੁੱਤੀ ਗੰਢ ਪਵੇ ਸੰਸਾਰ। ਗੋਰੀ ਸੇਤੀ ਟੁੱਟੈ ਪਧਾਰ, ਗੋਰੀ ਇਸਤਰੀ ਹੈ, ਪਧਾਰ ਉਹਦਾ ਖਸਮ ਹੈ। ਅਗਰ ਮਾਤਾ ਪਿਤਾ ਦੇ ਵਿੱਚ ਝਗੜਾ ਹੁੰਦਾ ਹੈ ਤੇ ਪੁੱਤੀ ਗੰਢ ਪਵੇ ਸੰਸਾਰ, ਪੁੱਤ ਵਿਚਕਾਰ ਆ ਕੇ ਗੰਢ ਪਾ ਦਿੰਦਾ, ਮੰਮੀ ਚੁੱਪ ਕਰ, ਡੈਡੀ ਚੁੱਪ ਕਰੋ, ਕਾਹਨੂੰ ਲੜਦੇ ਹੋ, ਝਗੜਾ ਨਿਬੇੜ ਦਿੰਦੇ ਹੋ। ਤੇ ਜੇ ਸੰਸਾਰ ਨਾਲ ਗੰਢ ਪੈਣ ਦੀ ਗੱਲ ਹੋਵੇ ਪੁੱਤਰਾਂ ਦੇ ਨਾਲ, ਉਹ ਵੀ ਗੁਰਬਾਣੀ ਦਾ ਫੈਸਲਾ ਹੈ ਵੀ 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਸੋ ਗੰਢ ਪੈਂਦੀ ਵੀ ਗੰਢ ਪਾ ਦੇਣੀ, ਦੋਵਾਂ ਦੀ ਵਿਗੜੀ ਹੋਈ ਨੂੰ ਸੰਵਾਰ ਦੇਣਾ। ਤੂੰ ਸੰਸਾਰੀ ਬੰਦੇ ਚਾਹੁੰਦੇ ਨੇ ਵੀ ਚਲੋ ਅੰਸ ਵੰਸ ਚੱਲੇ, ਪੁੱਤਰ ਹੋਵੇ, ਕਿ ਮੇਰੀ ਅੰਸ ਰਹਿ ਸਕਦੀ ਸੰਸਾਰ ਦੇ ਵਿੱਚ। ਸਤਿਗੁਰਾਂ ਜੀ ਨੂੰ ਬੇਨਤੀ ਕਰਕੇ ਮਾਤਾ ਜੀ ਪੁੱਛਦੇ ਹਨ, ਪੁਰਹੋ ਆਸ ਇਹ ਆਪ ਵਿਚਰੀ ਗਏ। ਕਹਿਣ ਲੱਗੇ ਪਾਛੇ ਵੀ ਮੈਂ ਆਸ ਲੈ ਕੇ ਆਈ, ਤੇ ਆਪ ਜੀ ਵਿਚਾਰ ਕਰੋ, ਜੇ ਠੀਕ ਲੱਗਦਾ, ਜੇ ਆਪ ਜੀ ਨੂੰ ਚੰਗਾ ਲੱਗਦਾ ਤੇ ਪੂਰੀ ਕਰ ਦਿਓ। ਮਾਤਾ ਜੀ ਨੇ ਇੱਥੇ ਕੋਈ ਹੱਠ ਨਹੀਂ ਕੀਤਾ ਵੀ ਹਾਂ ਮੇਰੀ ਆਸ ਰਹਿਣੀ ਚਾਹੀਦੀ, ਨਹੀਂ। ਮਾਤਾ ਜੀ ਕਹਿੰਦੇ ਵੀ ਜੇ ਹੋ ਸਕਦਾ ਹੈ, ਵਿਚਾਰੀਏ ਵੀ ਵਿਚਾਰ ਲਓ ਵੀ ਜੇ ਹੋ ਸਕਦਾ ਹੈ ਤੇ ਮੇਰੀ ਆਸ ਪੂਰੀ ਕਰ ਦਿਓ।
ਮੇਰੀ ਆਸ ਹੈ, ਮੇਰੀ ਭਾਵਨਾ ਹੈ ਇਹ ਆਪ ਪੂਰੀ ਕਰ ਦਿਓ ਜੇ ਹੋ ਸਕਦਾ ਹੈ। ਸਿਰ ਜੀਤੋ ਤੇ ਸੁਨ ਮਸਕਾਏ। ਗੁਰੂ ਪਾਤਸ਼ਾਹ ਜੀ ਨੇ ਮਾਤਾ ਜੀਤੋ ਜੀ ਦੇ ਕੋਲੋਂ ਬਚਨ ਸੁਣੇ ਤੇ ਮੁਸਕਰਾਏ ਹਨ। ਭੂਤ ਭਵਿਖਦ ਤੁਮ ਲਖ ਪਾਏ। ਕਹਿੰਦੇ ਵੀ ਇਹਦਾ ਭਾਵ ਇਹ ਆ ਵੀ ਤੁਹਾਨੂੰ ਸਮੇਂ ਦਾ ਪਤਾ ਚੱਲ ਗਿਆ, ਬੀਤੇ ਦਾ ਵੀ, ਆਉਣ ਵਾਲੇ ਸਮੇਂ ਦਾ ਵੀ। ਮੁਸਕਰਾਏ ਸਤਿਗੁਰੂ ਜੀ, ਕਿਉਂ ਪਤਾ ਲੱਗਿਆ ਨਾ, ਤਾਂ ਹੀ ਪੁੱਛਿਆ ਨਾ। ਪਾਤਸ਼ਾਹ ਜੀ ਕਹਿਣ ਲੱਗੇ ਵੀ ਤੁਹਾਨੂੰ ਪਤਾ ਲੱਗਿਆ ਹੈ ਬੀਤੇ ਦਾ, ਆਉਣ ਵਾਲੇ ਦਾ। ਸੰਤਤ ਕੇ ਹਿਤ ਜੋਗ ਕਮਾਇਓ। ਸਤਿਗੁਰੂ ਜੀ ਕਹਿੰਦੇ ਵੀ ਆਪਾਂ ਜੋ ਭਗਤੀ, ਸਿਮਰਨ, ਭਜਨ, ਬੰਦਗੀ, ਜੋ ਵੀ ਆਪਾਂ ਧਾਰਮਿਕ ਕੰਮ ਕਰਦੇ ਆ ਨਾ, ਕਿ ਉਹ ਆਪਣੀ ਔਲਾਦ ਵਾਸਤੇ ਹੀ ਆਪਾਂ ਕਰਦੇ ਆ। ਇਹਦੇ ਵਾਸਤੇ ਤਾਂ ਭਜਨ ਬੰਦਗੀ ਨਹੀਂ ਹੈ, ਇਹਦੇ ਵਾਸਤੇ ਤਾਂ ਬਹੁਤ ਸਾਧਨ ਹੋਰ ਨੇ, ਉਹ ਕਰੀ ਜਾਓ। ਇਹਦੇ ਲਈ ਕੀਤਾ ਤੁਸੀਂ ਇਹ ਸਾਰਾ ਕੁਝ ਨਹੀਂ, ਇਹਦੇ ਲਈ ਨਹੀਂ ਕਰਨ ਦੀ ਲੋੜ ਹੈ। ਇਹ ਕੰਮਾਂ ਵਾਸਤੇ ਅਸੀਂ ਭਗਤੀ ਨਹੀਂ ਕਰਨੀ ਵੀ ਅਸੀਂ ਭੂਤ ਨੂੰ ਜਾਣਨਾ ਹੈ, ਅਸੀਂ ਭਵਿੱਖ ਨੂੰ ਜਾਣਨਾ ਹੈ, ਅਸੀਂ ਇਹਦੇ ਲਈ ਭਗਤੀ ਨਹੀਂ ਕਰਨੀ ਹੈ। ਭਗਤੀ ਦਾ ਅੰਗ ਨਹੀਂ ਹੈ ਇਹ। ਭਗਤੀ ਦਾ ਅੰਗ ਹੈ ਪਰਮਾਤਮਾ ਨੂੰ ਮਿਲਣਾ, ਪਰਮਾਤਮਾ ਵਿੱਚ ਅਭੇਦ ਹੋਣਾ, ਆਪਣੇ ਅਸਲੇ ਵਿੱਚ ਜੁੜਨਾ। ਇਹਦੇ ਵਾਸਤੇ ਤੁਸੀਂ ਭਗਤੀ ਕਰੀ ਸਿਰਫ ਆਪਣੇ ਬੱਚਿਆਂ ਨੂੰ ਵੇਖਣ ਵਾਸਤੇ, ਮੇਰੇ ਬੱਚਿਆਂ ਦਾ ਕੀ ਬਣੇਗਾ, ਇਹਦੇ ਲਈ ਤੁਸੀਂ ਭਗਤੀ ਕਰੀ ਹੈ। ਕੈ ਪਰਲੋਕ ਪਲ ਉਰ ਪਾਇਓ। ਕਹਿੰਦੇ ਵੀ ਤੁਸੀਂ ਇਸ ਗੱਲ ਦੀ ਵਿਚਾਰ ਕਰਨੀ ਸੀ ਵੀ ਆਪਾਂ ਭਗਤੀ ਕਰਦੇ ਆਂ ਆਪਣੇ ਪਰਲੋਕ ਦੇ ਭਲੇ ਦੀ ਖਾਤਰ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਿਮਰਨ ਉਸ ਵਾਸਤੇ ਹੈ ਵੀ ਜਿੱਥੇ ਕਿਸੇ ਦਾ ਕੋਈ ਵਾਸ ਨਹੀਂ ਚੱਲਦਾ, ਉਹਦੇ ਲਈ। ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਂ ਨੂੰਹਾਂ ਨਾਮ ਤੇਰਾ ਸੰਗ ਸਹਾਈ। ਜਿੱਥੇ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ, ਉਹਦੇ ਵਾਸਤੇ ਸਿਮਰਨ ਹੈ। ਜਿੱਥੇ ਸੰਸਾਰ ਦੇ ਸਾਰੇ ਹੀਲੇ ਵਸੀਲੇ ਖਤਮ ਹੋ ਜਾਂਦੇ, ਉਹਦੇ ਵਾਸਤੇ ਸਿਮਰਨ ਹੈ। ਇਹ ਪਰਲੋਕ ਦੇ ਸੁੱਖ ਵਾਸਤੇ ਅਸੀਂ ਸਿਮਰਨ ਕਰਦੇ ਆਂ। ਮੋਹ ਆਦ ਸੇ ਸਕਲ ਵਿਕਾਰਾ। ਫਿਰ ਸਾਰੇ ਵਿਕਾਰਾਂ ਨੂੰ ਨਾਸ਼ ਕਰਨਾ, ਕਿਉਂਕਿ ਮੋਹ ਵੀ ਇੱਕ ਵਿਕਾਰ ਹੈ। ਜਿੱਥੇ ਸਾਡਾ ਮੋਹ ਹੈ ਉੱਥੇ ਸਾਡਾ ਧਿਆਨ ਜਾਂਦਾ ਹੈ, ਤੇ ਜੇ ਧਿਆਨ ਉੱਥੇ ਜਾਵੇਗਾ, ਜਾਹੂ ਕਾਹੂ ਆਪਣੋ ਹੀ ਚਿੱਤੇ ਆਵੇ, ਜਿੱਥੇ ਕਿੱਥੇ ਜਾਓ ਆਪਣੇ ਚੇਤੇ ਆਉਣਗੇ, ਤੇ ਫਿਰ ਮੋਹ ਵੀ ਤਾਂ ਵਿਕਾਰ ਹੈ, ਮੋਹ ਤੋਂ ਤਾਂ ਪਰੇ ਹੋਣਾ ਹੈ। ਸਿਮਰਨ ਕਰਦਿਆਂ ਕਰਦਿਆਂ ਮੋਹ ਤੋਂ ਮੁਕਤ ਹੋ ਜਾਣਾ। ਇਹ ਮੋਹ ਨਹੀਂ ਵੀ ਆਪਣੇ ਘਰ ਦਾ ਮੋਹ ਛੱਡ ਦੇਣਾ, ਆਪਣੇ ਪਰਿਵਾਰ ਦਾ ਮੋਹ ਛੱਡ ਦੇਣਾ, ਨਹੀਂ ਨਹੀਂ, ਆਪਣੇ ਸਰੀਰ ਦਾ ਵੀ ਮੋਹ ਛੱਡ ਦੇਣਾ। ਜਿੱਥੇ ਆ ਕੇ ਸਮਝ ਆ ਜਾਵੇ ਕਿ ਹੇ ਵਾਹਿਗੁਰੂ ਜੀ, ਇਹ ਸਾਰਾ ਕੁਝ ਤੇਰਾ ਹੀ ਹੈ, ਮੇਰਾ ਨਹੀਂ ਹੈ। ਤੁਧੇ ਆਗਿਆ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਆਪਣੇ ਸਰੀਰ ਦਾ ਵੀ ਮੋਹ ਛੱਡਣਾ। ਐਸੇ ਤਾਂ ਬਹੁਤ ਲੋਕੀ ਤੁਰੇ ਫਿਰਦੇ ਹੋਣੇ ਜਿਹੜੇ ਕਹਿੰਦੇ ਹੁੰਦੇ ਜੀ ਮੈਂ ਘਰ-ਬਾਰ ਛੱਡਿਆ, ਮੈਂ ਪਰਿਵਾਰ ਛੱਡਿਆ, ਪਰ ਅੱਗੇ ਜਾ ਕੇ ਜਾਇਦਾਦਾਂ ਕਿੰਨੀਆਂ ਬਣਾ ਲਈਆਂ, ਘਰੇ ਤਾਂ ਇੰਨੀ ਹੈ ਨਹੀਂ ਸੀ ਜਿੰਨੀ ਹੁਣ ਬਣਾਈ ਬੈਠੇ ਆ। ਘਰ ਵਿੱਚ ਤਾਂ 2000 ਪੁੱਤਰ ਹੋਣਗੇ, 2 ਧੀਆਂ ਹੋਣਗੀਆਂ, 2 ਪੁੱਤਰ, ਪਰ ਹੁਣ ਇੱਥੇ ਇੰਨੇ ਚੇਲੇ ਬਣਾਈ ਬੈਠੇ ਆ। ਇਹ ਕੋਈ ਮੋਹ ਤੋਂ ਮੁਕਤੀ ਨਹੀਂ ਹੈ। ਹਾਲੇ ਉਹ ਚੰਗੀ ਸੀ ਕਿਉਂਕਿ ਸੀਮਾ 'ਚ ਸੀ, ਇਹ ਤਾਂ ਹੁਣ ਬਹੁਤ ਖਲਾਰਾ ਪੈ ਗਿਆ, ਬਹੁਤ ਵੱਧ ਗਿਆ ਕੰਮ। ਸੋ ਘਰ-ਬਾਰ ਦਾ ਤਿਆਗ ਕਰ ਦੇਣਾ, ਪਰਿਵਾਰ ਦਾ ਤਿਆਗ ਛੱਡ ਦੇਣਾ, ਅੱਗੇ ਜਾ ਕੇ ਬਹੁਤ ਬਣਾ ਲੈਣਾ, ਇਹ ਤਾਂ ਬਹੁਤ ਵਧੀਆ ਕੰਮ ਹੈ। 1 ਕਿੱਲਾ ਜ਼ਮੀਨ ਦਾ ਛੱਡ ਕੇ ਜੇ 10 ਕਿੱਲੇ ਬਣਦੇ ਹੋਣ ਤੇ ਆਪਾਂ ਫਿਰ ਸਾਰੇ ਛੱਡ ਦਿੰਦੇ ਹਾਂ। 1 ਕਿੱਲੇ ਦਾ ਮੋਹ ਛੱਡ ਦਈਏ, 10 ਬਣਦੇ ਹੋਣ। 1 ਮਕਾਨ ਛੱਡ ਦਈਏ ਤੇ 10 ਕੋਠੀਆਂ ਬਣਦੀਆਂ ਹੋਣ, ਆਪਾਂ ਫਿਰ ਕਿਉਂ ਨਾ ਛੱਡੀਏ 1 ਕੋਠੀ। ਇਹ ਮੋਹ ਦਾ ਕੋਈ ਤਿਆਗ ਨਹੀਂ ਹੈ। ਤਿਆਗ ਤਾਂ ਆਪਣੇ ਸਰੀਰ ਦਾ ਵੀ, ਕਿੱਥੇ ਤੱਕ ਕਿ ਸਾਧੂ ਲੈ ਗਿਆ ਲੰਗੋਟੀ ਜੰਗਲ ਦੇ ਵਿੱਚ ਨਾਲ, ਇੱਕ ਵੀ ਚਲੋ ਇੱਕ ਧੋ ਲਈ, ਇੱਕ ਬਦਲ ਲਈ, ਉਹਨੂੰ ਲੱਗ ਕੇ ਚੂਹੇ ਕੱਟਣ। ਉਹਦੇ ਵਾਸਤੇ ਬਿੱਲੀ ਰੱਖਣੀ ਪੈ ਗਈ, ਬਿੱਲੀ ਰੱਖਣ ਵਾਸਤੇ ਗਾਂ ਰੱਖਣੀ ਪੈ ਗਈ, ਗਾਂ ਨੂੰ ਘਾਹ ਪੱਠੇ ਪਾਉਣ ਵਾਸਤੇ ਫਿਰ ਬੀਬੀ ਰੱਖਣੀ ਪੈ ਗਈ, ਫਿਰ ਉਹਨੇ ਸ਼ਾਦੀ ਕਰਾ ਲਈ, ਗੀਤਾ ਫੈਲ ਗਈ। ਮੋਹ ਤਾਂ ਗੁਰਮੁਖੋ ਇੱਕ ਲੰਗੋਟੀ ਦਾ ਵੀ ਮਾੜਾ ਹੈ, ਤੇ ਆ ਐਡੇ ਵੱਡੇ ਸਰੀਰ ਦਾ ਮੋਹ ਸਾਨੂੰ ਕਿੱਧਰ ਜਾਣ ਦਿਊਗਾ। ਆਪਣੇ ਸਰੀਰ ਦਾ ਵੀ ਮੋਹ ਤਿਆਗ ਦੇਣਾ। ਅਸਲ ਦੇ ਵਿੱਚ ਜਦੋਂ ਸੁਰਤ ਸਰੀਰ ਤੋਂ ਬਾਹਰ ਜਾਵੇਗੀ
ਤਾਂ ਹੀ ਸ਼ਬਦ ਵਿੱਚ ਜੁੜੇਗੀ ਨਾ, ਤਾਂ ਹੀ ਭਜਨ ਸਿਮਰਨ ਦੇ ਵਿੱਚ ਜੁੜੇਗੀ। ਹੁਣ ਸੁਰਤ ਤੇ ਫਸੀ ਹੋਈ ਸਰੀਰ ਦੇ ਵਿੱਚ ਹੈ, ਇਹਨੇ ਸ਼ਬਦ ਵਿੱਚ ਕਦੋਂ ਜੁੜਨਾ ਹੈ? ਸਤਿਗੁਰੂ ਜੀ ਕਹਿੰਦੇ ਵੀ ਇਹਦੇ ਵਾਸਤੇ ਆਪਾਂ ਨੇ ਕੰਮ ਨਹੀਂ ਕਰਨਾ, ਆਪਣੀ ਸੰਤਤ ਵਾਸਤੇ ਨਾ, ਆਪਾਂ ਭਜਨ ਬੰਦਗੀ ਕਰਨੀ ਹੈ ਪਰਲੋਕ ਵਾਸਤੇ, ਕਿਉਂਕਿ ਇਹ ਵੀ ਇੱਕ ਵਿਕਾਰ ਹੈ। ਮੋਹ ਜਿਹੜਾ ਹੈ ਉਹ ਵਿਕਾਰ ਹੈ। ਜਿੱਧਰ ਮੋਹ ਹੈ ਉਧਰ ਖਿੱਚ ਹੈ, ਫਿਰ ਉਧਰ ਨੂੰ ਬੰਦਾ ਜਾਊਗਾ। ਆਪਾਂ ਇੱਕ ਦੂਸਰੇ ਨਾਲ ਕਿਉਂ ਜੁੜੇ ਹੋਏ ਆ? ਮੋਹ ਕਰਕੇ ਜੁੜੇ ਹੋਏ ਆ ਵੀ ਸਾਡਾ ਮੋਹ ਹੈ ਇੱਕ ਦੂਜੇ ਨਾਲ। ਜਿੱਥੇ ਮੋਹ ਉੱਥੇ ਬੰਦਾ ਜਾਂਦਾ, ਜਿੱਥੇ ਨਹੀਂ, ਨਹੀਂ ਜਾਂਦਾ। ਸੋ ਮੋਹ ਵਿਕਾਰ ਹੈ, ਇਸ ਕਰਕੇ ਇਹ ਕੰਮ ਨਹੀਂ ਕਰਨਾ। ਇਨ ਤੇ ਚਹੀਏ ਬਨ ਬਨਿਆਰਾ, ਇਹਨਾਂ ਤੋਂ ਤਾਂ ਅਸੀਂ ਪਰੇ ਜਾਣਾ ਹੈ, ਇਸ ਤੋਂ ਵੱਖਰੇ ਹੋਣਾ ਹੈ। ਤੈਂਬ ਪਰੀਤ ਸਗਲ ਇਹ ਤਾਰੀ। ਥੋੜਾ ਜਿਹਾ ਮੈਕ ਪਰਨ ਨੂੰ ਕਰੋ, ਸਮਝ ਨਹੀਂ ਆ ਰਹੀ ਪੂਰੀ, ਦੁਬਾਰੇ ਪੜੋ ਪੰਗਤੀ। ਤੈਂਬ ਪਰੀਤ ਸਗਲ ਇਹ ਸਾਰੀ। ਕਹਿੰਦੇ ਫਿਰ ਉਹ ਨੇਫਲ ਹੈ, ਸਾਰਾ ਕੀਤਾ ਹੋਇਆ ਕੰਮ ਜੇ ਇੱਥੇ ਆ ਕੇ ਸੁਰਤ ਅੜ ਗਈ ਆਪਣੀ। ਕਯੋ ਨ ਲਖੀ ਅਰਸ਼ ਸਿਰਦਾਰੀ। ਕਹਿੰਦੇ ਇਹ ਤਾਂ ਤੁਸੀਂ ਦੇਖਿਆ ਵੀ ਇਹਨਾਂ ਦੀ ਸ਼ਹੀਦੀ ਜਿਹੜੀ ਹੈ ਵੀ ਉਹ ਇਸ ਤਰ੍ਹਾਂ ਜੰਗਾਂ ਯੁੱਧਾਂ ਦੇ ਵਿੱਚ ਹੋਣੀ, ਪਰ ਇਸ ਤੋਂ ਅਗਲਾ ਪੱਖ ਵੀ ਵੇਖਣਾ ਸੀ ਕਿ ਇਹ ਤੋਂ ਬਾਅਦ ਜਿਹੜੀ ਉਹਨਾਂ ਨੂੰ ਅਰਸ਼ਾਂ ਦੀ ਸਰਦਾਰੀ ਮਿਲ ਰਹੀ ਹੈ ਉਹ ਨਹੀਂ ਨਾ ਤੁਸੀਂ ਵੇਖੀ, ਉਹ ਨਹੀਂ, ਉਹਨੂੰ ਵੀ ਵੇਖਣਾ ਸੀ ਵੀ ਜਿਸ ਵਾਸਤੇ ਆਪਣਾ ਸਰੀਰ ਤਿਆਗ ਰਹੇ ਨੇ, ਜਿਸ ਸੱਚ ਦੇ ਲਈ, ਜਿਸ ਧਰਮ ਦੇ ਲਈ, ਜਿਸ ਜ਼ੁਲਮ ਦੇ ਖਿਲਾਫ ਇਹ ਆਪਣਾ ਸਰੀਰ ਤਿਆਗ ਰਹੇ ਨੇ, ਸ਼ਹੀਦੀਆਂ ਪਾਉਣਗੇ, ਉਹ ਤੋਂ ਬਾਅਦ ਉਹਨਾਂ ਨੂੰ ਮਿਲਣਾ ਕੀ ਹੈ ਇਹ ਵੀ ਵੇਖਣਾ ਸੀ। ਕੱਲਾ ਇਹ ਨਾ ਦੇਖੋ ਵੀ ਮਰਨਾ ਕਿਵੇਂ ਹੈ, ਮਰਨ ਤੋਂ ਬਾਅਦ ਮਿਲਦਾ ਕੀ ਹੈ। ਅਰਸ਼ਾਂ ਦੀ ਸਰਦਾਰੀ ਜਿਹੜੀ ਕਿਸੇ ਨੂੰ ਨਹੀਂ ਮਿਲਦੀ। ਅਰਸ਼ ਦਾ ਭਾਵ ਹੈ ਵਾਹਿਗੁਰੂ ਪਰਮੇਸ਼ਰ ਜੀ ਦੀ ਦਇਆ ਦ੍ਰਿਸ਼ਟੀ ਕਿਰਪਾ ਜਿਨ੍ਹਾਂ ਤੇ ਹੁੰਦੀ, ਉਹ ਨਹੀਂ ਤੁਸੀਂ ਵੇਖੀ। ਸੁਤ ਸਮੇਤ ਜੋ ਪਦ ਅਬਨਾਸ਼ੀ। ਆਪਣੇ ਪੁੱਤਰਾਂ ਦੇ ਸਮੇਤ ਜਿਹੜਾ ਅਬਨਾਸ਼ੀ ਪਦ, ਉਹ ਨਾਸ ਅਬਨਾਸੀ ਸੁਖ ਹੈ ਆਪਣੇ ਆਸਣ ਜਿਹਦਾ ਕਦੇ ਨਾਸ ਨਹੀਂ ਹੁੰਦਾ। ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਜਿਉ ਨਾ ਚਾਹੀਦਾ ਨਾਸ ਤੋਂ ਰਹਿ ਸਿਮਰਨ ਕਰੋ। ਉਹ ਨਹੀਂ ਤੁਸੀਂ ਦੇਖੀ ਅਬਨਾਸੀ ਪਦਵੀ ਜਿਹੜੀ ਸਾਹਿਬਜ਼ਾਦਿਆਂ ਨੂੰ ਮਿਲੀ ਹੈ ਧੁਰੋਂ। ਤੇ ਕੋ ਬਨੋ ਸਦਾ ਤੁਮ ਬਾਸੀ। ਤੇ ਉੱਥੇ ਪੁੱਤਰਾਂ ਦੇ ਸਮੇਤ ਆਪਾਂ ਵੀ, ਸਾਡੇ ਪੁੱਤਰਾਂ ਦੀ ਕੀਤੀ ਭਗਤੀ, ਉਹਨਾਂ ਦੀ ਕੀਤੀ ਹੋਈ ਕੁਰਬਾਨੀ, ਉਹਦੇ ਕਰਕੇ ਮਾਤਾ ਪਿਤਾ ਦਾ ਵੀ ਸੁੱਖ ਬਣਦਾ ਹੈ, ਮਾਤਾ ਪਿਤਾ ਨੂੰ ਵੀ ਵਡਿਆਈ ਬਣਦੀ ਮਿਲਦੀ ਹੈ। ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਸਤਿਗੁਰੂ ਜੀ ਕਹਿੰਦੇ ਜੀਤੋ ਤੇਰਾ ਵੀ ਨਾਮ ਉੱਚਾ ਹੋਣਾ ਹੈ। ਉਹਨਾਂ ਦੀ ਉਸ ਮੌਤ ਕਰਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੂੰ ਵੀ ਧਨਤਾ ਦੇ ਯੋਗ ਹੋ ਜਾਣਾ, ਉਹਨਾਂ ਦੇ ਪਿਤਾ ਨੇ ਵੀ ਧਨਤਾ ਦੇ ਯੋਗ ਹੋ ਜਾਣਾ। ਜਿਹੜੀ ਮੌਤ ਦੇਖ ਰਹੀ ਤੂੰ ਆਪਣੇ ਪੁੱਤਰਾਂ ਦੀ, ਇਹ ਪਾਵਨ ਸ਼ਹੀਦੀ, ਇਹ ਕਿਤੇ ਲੋਕਾਂ ਦੇ ਹਿੱਸੇ ਆਉਂਦੀ, ਇਹ ਤਾਂ ਜੱਗ ਦੇ ਵਿੱਚ ਵਿਰਲੇ ਹੀ ਹੁੰਦੇ ਨੇ ਜਿਨ੍ਹਾਂ ਨੂੰ ਸ਼ਹੀਦੀ ਪ੍ਰਾਪਤ ਹੁੰਦੀ। ਉਹ ਨਹੀਂ ਤੁਸੀਂ ਵੇਖਿਆ ਜਿਹਦੇ ਕਰਕੇ ਤੁਹਾਨੂੰ ਵੀ ਵਿਨਾਸੀ ਸੁੱਖ ਦੀ ਪ੍ਰਾਪਤੀ ਹੋਣੀ। ਨਸ਼ਵਰ ਜਗਤ ਦਿਖ ਕਾਇਓ ਭੂਲੀ। ਕਿਉਂਕਿ ਸੰਸਾਰ ਜਿਹੜਾ ਹੈ ਉਹ ਨਾਸ਼ਵੰਤ ਹੈ, ਤੇ ਜਦੋਂ ਇੱਧਰ ਧਿਆਨ ਜਾਵੇਗਾ ਤੇ ਮਨ ਤੋਂ ਪਰਮਾਤਮਾ ਭੁੱਲ ਜਾਵੇਗਾ। ਸੰਸਾਰ ਤੇ ਨਿਰੰਕਾਰ ਦੋਏ ਚੀਜ਼ਾਂ ਨੇ। ਜੇ ਸੰਸਾਰ ਵੱਲ ਧਿਆਨ ਹੈ ਤਾਂ ਨਿਰੰਕਾਰ ਵੱਲ ਨਹੀਂ ਜਾਂਦਾ, ਤੇ ਜੇ ਨਿਰੰਕਾਰ ਵੱਲ ਚੱਲਿਆ ਜਾਵੇ ਫਿਰ ਸੰਸਾਰ ਵੱਲ ਨਹੀਂ ਆਉਂਦਾ। ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਿਨ੍ਹਾਂ ਨੇ ਸੰਸਾਰ ਦੇ ਰਸ ਛੱਡੇ ਉਹਨਾਂ ਨੂੰ ਨਾਮ ਦਾ ਰਸ ਆ ਗਿਆ, ਤੇ ਜਿਨ੍ਹਾਂ ਨੂੰ ਨਾਮ ਦਾ ਰਸ ਆ ਗਿਆ ਫਿਰ ਉਹਨਾਂ ਨੂੰ ਇਹ ਸੰਸਾਰ ਦੇ ਰਸ ਚੰਗੇ ਨਹੀਂ ਲੱਗਦੇ। ਸੋ ਇਹ ਸੰਸਾਰ ਦਾ ਜਿਹੜਾ ਧਿਆਨ ਹੈ ਇਹ ਭਟਕਾਉਂਦਾ ਹੈ, ਕਿਉਂਕਿ ਸਾਡਾ ਜਿਹੜਾ ਸਰੀਰ ਹੈ ਉਹ ਇੱਕ ਸੰਸਾਰ ਦਾ ਹਿੱਸਾ ਹੈ। ਹਰ ਇੱਕ ਸਰੀਰ ਸੰਸਾਰ ਦਾ ਹਿੱਸਾ ਹੀ ਹੈ, ਤੇ ਜਦੋਂ ਇਹਦੇ ਤੇ ਧਿਆਨ ਜਾਵੇਗਾ ਤੇ ਧਿਆਨ ਉਖੜੇਗਾ। ਤੇ ਉਸ ਪਾਸੇ ਵੱਲ ਧਿਆਨ ਦਿਓ ਜਿਸ ਵਾਹਿਗੁਰੂ ਜੀ ਨੇ ਸਾਨੂੰ ਸਰੀਰ ਬਖਸ਼ਿਆ। ਜੋਗ ਤਰੇ ਆਨੰਦ ਬ੍ਰਿਤ ਚੂਲੀ। ਕਹਿੰਦੇ ਵੀ ਆਨੰਦ ਮਾਣਨਾ ਸੀ ਆਪਾਂ ਨੇ ਜੁੜ ਕੇ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਲ, ਪਰ ਜਦੋਂ ਇਸ ਤਰ੍ਹਾਂ ਧਿਆਨ ਬੱਚਿਆਂ ਵਿੱਚ ਚਲਿਆ ਜਾਂਦਾ ਹੈ, ਮੋਹ ਵੱਲ ਚਲਿਆ ਜਾਂਦਾ ਹੈ, ਫਿਰ ਅਸੀਂ ਆਨੰਦ ਤੋਂ ਵਾਂਝੇ ਰਹਿ ਜਾਂਦੇ ਹਾਂ। ਤਿਆਗ ਕਰਨਾ
ਅਸੀਂ ਮਾਣਨਾ ਆਨੰਦ। ਬ੍ਰਹਮਾ ਤਮ ਕਹੁ ਗਿਆਨ ਉਪੰਨਾ। ਕਿਉਂਕਿ ਆਪਾਂ ਨੇ ਬ੍ਰਹਮ ਆਤਮਾ ਨੂੰ ਜਾਣਨਾ। ਬ੍ਰਹਮ ਦੀ ਅੰਸ਼ ਹੈ ਜਿਹੜੀ ਆਤਮਾ ਸਾਡੇ ਅੰਦਰ ਹੀ ਹੈ, ਸਭ ਦੇ ਅੰਦਰ, ਉਹਨੂੰ ਜਾਣਨਾ ਤੇ ਉਹ ਆਨੰਦ ਸਰੂਪ ਹੈ। ਉਹ ਕਿੱਥੇ ਹੈ? ਉਹ ਤਨ ਤੇ ਮਨ ਤੋਂ ਪਰੇ ਹੈ। ਪਹਿਲਾਂ ਤਨ ਹੈ, ਸਰੀਰ ਹੈ, ਇਹਦਾ ਮੋਹ ਦਾ ਤਿਆਗ ਕਰਨਾ, ਫਿਰ ਮਨ ਦੇ ਵਿੱਚ ਮਾਣ, ਉਹਨੂੰ ਛੱਡਣਾ, ਤੇ ਫਿਰ ਤੀਸਰੇ ਥਾਂ ਤੇ ਜਾ ਕੇ ਆਤਮਾ ਦਾ ਗਿਆਨ ਹੁੰਦਾ ਹੈ। ਆਪਾਂ ਉੱਥੇ ਪਹੁੰਚਣਾ ਹੈ, ਆਤਮਾ ਦੇ ਆਨੰਦ ਨੂੰ ਮਾਣਨਾ ਜੋ ਬ੍ਰਹਮ ਦੀ ਅੰਸ਼ ਹੈ। ਸਫਲ ਜਨਮ ਹੋਇਸ ਤੂੰ ਤਨਾ। ਫਿਰ ਹੋਣਾ ਆਪਣਾ ਜਨਮ ਜਿਹੜਾ ਸਫਲ। ਐਵੇਂ ਨਹੀਂ ਹੁੰਦਾ ਸਰੀਰ ਕਰਕੇ ਸੇਵਾ, ਮਨ ਕਰਕੇ ਸਿਮਰਨ। ਸੇਵਾ ਤੇ ਸਿਮਰਨ ਜਦੋਂ ਬੈਲੈਂਸ ਬਣ ਗਿਆ ਫਿਰ ਆਤਮਾ ਦਾ ਪ੍ਰਕਾਸ਼ ਹੁੰਦਾ ਹੈ, ਫਿਰ ਆਨੰਦ ਬਣਦਾ ਹੈ। ਉਚਿਤ ਨਹੀਂ ਇਤਿਆਦਿਕ ਕਹਿਬੋ। ਇਸ ਕਰਕੇ ਜਿਹੜਾ ਪ੍ਰਮਾਤਮਾ ਨਾਲ ਜੁੜਨ ਵਾਲਾ ਹੈ, ਭਜਨ ਬੰਦਗੀ ਕਰਨ ਵਾਲਾ ਹੈ, ਉਹਨੂੰ ਸੰਸਾਰਕ ਪੱਖ ਦਾ ਬਿਲਕੁਲ ਹੀ ਤਿਆਗ ਕਰਨਾ ਪੈਂਦਾ। ਰੰਚਕ ਮਾਤਰ ਵੀ ਨਹੀਂ ਜਾਣਾ ਉਸ ਪਾਸੇ ਵੱਲ। ਇਹ ਹੈ ਗੁਰੂ ਦੇ ਸਿੱਖਾਂ ਦਾ ਜੋੜ। ਗੁਰੂ ਪਾਤਸ਼ਾਹ ਜੀ ਨੇ ਉਸ ਯੋਗ ਦਾ ਖੰਡਨ ਕਰਤਾ ਜਿਸ ਯੋਗ ਦੇ ਵਿੱਚ ਰਿੱਧੀਆਂ ਸਿੱਧੀਆਂ ਨੇ, ਜਿਹੜੇ ਯੋਗ ਦੇ ਵਿੱਚ ਤ੍ਰੈ ਕਾਲ ਕਦ ਦੀ ਵਰਸ਼ੀ ਬਣਦਾ ਹੈ, ਉਸ ਨੂੰ ਖੰਡਨ ਕਰਤਾ। ਪਾਤਸ਼ਾਹ ਜੀ ਕਹਿੰਦੇ ਸਾਡਾ ਯੋਗ ਤੇ ਪ੍ਰਮਾਤਮਾ ਨਾਲ ਜੁੜਨ ਦਾ ਹੈ, ਅਸੀਂ ਤਾਂ ਆਨੰਦ ਨੂੰ ਮਾਣਨਾ ਹੈ, ਉਹ ਯੋਗ ਸਫਲ ਹੈ। ਤਨ ਤੇ ਪਿੰਨ ਆਪ ਕੋ ਲੈਬੋ। ਜਿੱਥੇ ਜਾ ਕੇ ਅਸੀਂ ਆਪਣੇ ਸਰੀਰ ਤੋਂ ਆਪਣੇ ਆਪ ਨੂੰ ਵੱਖਰੇ ਸਮਝਣਾ ਹੈ, ਉਹ ਸਾਡਾ ਯੋਗ ਹੈ। ਸਿੱਖ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਭਾਈ ਪਾਰੋ ਜੁਲਕਾ ਦਾ ਨਾਮ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਆਏ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਤੋਂ ਬਾਅਦ ਚ ਉਹਨਾਂ ਨੂੰ ਕਹਿ ਦਿੱਤਾ, ਕਹਿੰਦੇ ਵੀ ਹੁਣ ਤੁਸੀਂ ਨਾ ਗੋਇੰਦਵਾਲ ਸਾਹਿਬ ਜਾਣਾ ਸ਼ੁਰੂ ਕਰ ਦਿਓ ਸੱਤ ਤੋਂ ਬਾਅਦ, ਕਿਉਂਕਿ ਜੋਤ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਦਰ ਟਿਕ ਗਈ। ਉਹ ਭਾਈ ਪਾਰੋ ਜੁਲਕਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਆਏ ਤੇ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ ਤੇ ਫਿਰ ਉਹ ਸੇਵਾ ਕਰਦੇ ਰਹੇ। ਹੁਣ ਸਵਾਲ ਕੀਤਾ ਸੀ ਕਿ ਪਰਮਹੰਸ ਕੀ ਹੁੰਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਵੀ ਸੇਵਾ ਕਰੀ ਜਾ, ਤੈਨੂੰ ਆਪਣੇ ਆਪ ਹੀ ਸਮਝ ਆ ਜਾਊਗੀ। ਕਿਉਂਕਿ ਜਿਹੜਾ ਗੁਰੂ ਨਾਨਕ ਦਾ ਘਰ ਹੈ ਇਹਦੇ ਵਿੱਚ ਸਭ ਕੁਝ ਪ੍ਰੈਕਟੀਕਲ ਹੈ। ਇਹਦੇ ਵਿੱਚ ਕਿਸੇ ਨੂੰ ਕੁਝ ਨਹੀਂ ਕਹਿਣਾ ਹੁੰਦਾ, ਇਹਦੇ 'ਚ ਹੁਕਮ ਨਹੀਂ ਚੱਲਦਾ ਹੁੰਦਾ, ਇਹਦੇ ਵਿੱਚ ਹੁਕਮ ਨੂੰ ਸੱਤ ਕਰਕੇ ਮੰਨਣਾ ਹੁੰਦਾ ਸਾਰਿਆਂ ਨੇ। ਕਿਉਂ? ਇਹਦੇ ਵਿੱਚ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਹੈ। ਜਿਵੇਂ ਕਲਾਸ ਦੇ ਵਿੱਚ ਸਾਰੇ ਸਟੂਡੈਂਟ ਬਰਾਬਰ ਹੁੰਦੇ ਨਾ ਟੀਚਰ ਦੇ ਲਈ, ਇਸ ਤਰ੍ਹਾਂ ਆਪਾਂ ਸਾਰੇ ਸਿੱਖ ਸਤਿਗੁਰਾਂ ਜੀ ਦੇ ਲਈ ਬਰਾਬਰ ਹੈ। ਇਹ ਠੀਕ ਹੈ ਵੀ ਜਿਹੜਾ ਢਾਂਚਾ ਚਲਾਉਣ ਵਾਸਤੇ ਕਿਸੇ ਜਥੇਦਾਰ ਕੋਈ ਬਣਾਇਆ, ਕੋਈ ਪ੍ਰਧਾਨ ਬਣਾਇਆ, ਸਕੱਤਰੀ ਬਣਾਇਆ, ਕੋਈ ਸੰਤ ਹੈ, ਕੋਈ ਬ੍ਰਹਮ ਗਿਆਨੀ ਹੈ, ਪਰ ਇਹ ਹੈ ਸਾਰੇ ਸਟੂਡੈਂਟ ਗੁਰੂ ਦੇ, ਤੇ ਸਾਰਿਆਂ ਨੂੰ ਇੱਕੋ ਹੀ ਹੁਕਮ ਹੈ ਗੁਰੂ ਬਾਬਾ ਜੀ ਦਾ ਕਿ ਭਾਈ ਸਭ ਨੇ ਸਵੇਰੇ ਉੱਠ ਕੇ ਇਸ਼ਨਾਨ ਕਰਨਾ, ਸਭ ਨੇ ਨਿਤਨੇਮ ਕਰਨਾ, ਆਪਣੀ ਕਿਰਤ ਕਰਨੀ ਤੇ ਵੰਡ ਛਕਣਾ। ਸਾਰਿਆਂ ਨੂੰ ਇੱਕੋ ਹੀ ਹੁਕਮ ਹੈ। ਬਾਬਾ ਜੀ ਨੇ ਕਿਸੇ ਨਾਲ ਲਿਹਾਜ਼ ਨਹੀਂ ਕੀਤੀ ਵੀ ਤੈਨੂੰ ਇਹ ਨਹੀਂ ਕਰਨਾ ਪੈਣਾ, ਤੂੰ ਇਹ ਕਰ ਲਈ, ਨਹੀਂ। ਇਸ ਲਈ ਇੱਥੇ ਹੁਕਮ ਨਹੀਂ ਹੈ, ਇੱਥੇ ਸੇਵਾ ਹੈ ਤੇ ਸੱਤ ਕਰਕੇ ਮੰਨਣਾ। ਆਪਾਂ ਕਹਿ ਨਹੀਂ ਸਕਦੇ ਕਿਸੇ ਨੂੰ ਵੀ ਆਹ ਕੰਮ ਤੂੰ ਕਰਨਾ, ਪਹਿਲਾਂ ਆਪ ਸ਼ੁਰੂ ਕਰ ਫਿਰ ਤੇਰੇ ਨਾਲ ਕੋਈ ਚੱਲੂਗਾ। ਹੁਕਮ ਨਹੀਂ ਹੈ, ਰਲ ਜਾਣਗੇ। ਤੇ ਪਾਤਸ਼ਾਹ ਜੀ ਨੇ ਕਿਹਾ ਵੀ ਤੈਨੂੰ ਆਪ ਹੀ ਪਤਾ ਚੱਲ ਜੂ, ਤੂੰ ਸੇਵਾ ਕਰੀ ਜਾਈ। ਤੇ ਭਾਈ ਪਾਰੋ ਜੀ ਸੇਵਾ ਕਰਦੇ ਰਹੇ। ਇੱਕ ਦਿਨ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ ਵੀ ਆ ਜਾ ਪਾਰੋ ਜੀ, ਆ ਜਾਓ। ਮਹਾਰਾਜ ਹੁਕਮ। ਸਤਿਗੁਰੂ ਜੀ ਕਹਿੰਦੇ ਵੀ ਹੁਣ ਕਮਿਆਨ 'ਚ ਦੋ ਕਿਰਪਾਨਾਂ ਨਹੀਂ ਪੈਣੀਆਂ, ਵੀ ਅਸੀਂ ਨਾ ਹੁਣ ਸਰੀਰ ਛੱਡ ਕੇ ਤੇਰੇ ਵਿੱਚ ਬੈਠਣ ਲੱਗੇ ਹਾਂ। ਗੁਰੂ ਅਮਰਦਾਸ ਜੀ ਮਹਾਰਾਜ ਬਚਨ ਕਹਿ ਰਹੇ ਆਪਣੇ ਸਿੱਖ ਨੂੰ। ਭਾਈ ਅੱਗੇ ਕੀ ਕਹਿੰਦਾ ਸਿੱਖ? ਉਹ ਕਹਿੰਦਾ ਮਹਾਰਾਜ ਵੀ ਜਿਹੜੀ ਬੂੰਦ ਹੈ ਨਾ ਉਹ ਸਮੁੰਦਰ ਵਿੱਚ ਸਮਾਵੇ, ਠੀਕ ਹੈ, ਪਰ ਸਮੁੰਦਰ ਬੂੰਦ ਦੇ ਵਿੱਚ ਕਿਵੇਂ ਸਮਾਊਗਾ? ਮੈਂ ਪਾਤਸ਼ਾਹ ਇੱਕ ਬੂੰਦ ਆ, ਮੈਨੂੰ ਆਪਣੇ 'ਚ ਸਮਾ ਲਓ, ਠੀਕ ਹੈ ਸਮਾ ਜਾਗਾ, ਪਰ ਸਮੁੰਦਰ ਕਿਵੇਂ ਸਮਾਊਗਾ? ਸਤਿਗੁਰੂ ਜੀ ਕਹਿੰਦੇ ਫਿਰ ਐਂ ਕਰ ਲੈ,
ठीक है फिर तू शरीर छड्ड दे। कहना महाराज ये ठीक है मैं शरीर छड्ड दिंदा। ਹੁਣ देखो सेवा करदियां करदियां ਉਹਨੂੰ पता लग गया। गुरु अमरदास जी महाराज कहते भाई ये परमहंस है, गज के आखो सतनाम। हंस हुंदा है ते एक परमहंस हुंदा है। गुरु अमरदास जी ने राग वरते वड हंस, वड्डा हंस। हंस नहीं हंसां दे विच वड्डा हंस। हुण हंस दे विच की खासियत है? कहंदे भी ਉਹਦੇ ਚੁੰਝ ਦੇ ਵਿੱਚ ਖਟਾਸ है। ਜਦੋਂ ਦੁੱਧ ਦੇ ਵਿੱਚ ਚੁੰਝ ਮਾਰਦਾ ਦੁੱਧ ਫਟ ਜਾਂਦਾ ਖਟਾਸ ਕਰਕੇ। पानी वखरा तो फुटियां वखरियां, फुटियां लै लैंदा दुध छड्ड दिंदा है। बस ये परमहंस है। इत्थे सतगुरु जी समझाउंदे भी ये शरीर जिहड़ा ना ये जिहड़ा है ये पानी दी न्याई है। इहदे विच तत्त वस्तु पई है आत्मा, ते आपां ने तत्त वस्तु आत्मा नूं लैणा है ते आ पानी नूं छड्ड देना शरीर नूं। इहनूं कहंदे परमहंस। तत्त वस्तु तक सिख ने पहुंचना है शरीर दे राहीं। शरीर राही सेवा करके मन दे राही ज्ञान लैके पहुंचना कित्थे है? आत्मा तक। आत्मक ज्ञानी बनना है, ब्रह्म ज्ञानी बनना है। सिख ने ये कोई लेके नहीं दिता हुआ ब्रह्म ज्ञानी किने बनना। हर एक सिख ने ब्रह्म ज्ञानी बनना है। हर एक सिख ने ब्रह्म नूं जानना है। साडा सारियां दा फर्ज है, मेहनत करनी है। तो सतगुरु जी कहते भी साडा आशा जिहड़ा है वो ऐसा नहीं है कि भूत नूं जानना, भविख नूं जानना, कौन किवें मरेगा। नहीं नहीं नहीं, साडा आशा सिर्फ आत्मा दे रस नूं मानना है। धन गुरु गोबिंद सिंह जी महाराज अपनी ही महल माता जीतो जी दे राही सानू समझा रहे ने सिखो आपां ने आत्मक आनंद नूं माणना है। सुन जीतो कर जोरे उचारी। माता जीतो जी ने हाथ जोड़े सतगुरां जी दे अगे। मैं सदैव बराबर अनुसारी। कहन लगे पातशाह मैं हमेशा आप जी दे अनुसारी हैं। की कहंदे कल पातशाह जी जिन पिरियो परमेश्वर कर मान्या धन सती दरगह परवानिया। इत्थे सतियां पूजियां जांदियां कहने नाल मर गईयां। पातशाह जी कहंदे नहीं, जिन्हां ने अपने पति नूं परमेश्वर करके जान लिया, जिन्हें गुरु नूं परमेश्वर करके जान लिया वो मालिक दे दर ते प्रवान हो गया। पातशाह मैं आप जी दे अनुसारी हां। ठीक है मन विच संकल्प ने विकल्प ने आउंदे रहिंदे ने, अपने गुरु नाल सांझे करने चाहिए ने, होर किहदे नाल करांगे। हर एक गल गुरु दे नाल शेयर करनी चाहिए। हर एक गल, कोई भी ऐसा कोई शब्द नहीं है, ऐसा कोई गल नहीं जिहड़ी आपां गुरु नाल शेयर नहीं कर सकते। पुछो गुरु जी नूं। पातशाह मैं आप जी दे अनुसारी हाँ। जो मेरे मन च संकल्प आया तो मैं दस दिया, छुपा के तो नहीं रखिया। गुरु नानक साहब जी कहते भी जेड़ा सिख गुरु तो गल छुपा के रखे वो चोर हुंदा है, ते जेड़ा गुरु अपने सिख की निवृत्ति ना करे वो ठग हुंदा है। हुण सिख दसे ना चोर है ते गुरु दे नाल दी निवृत्ति ना करे तो फिर ठग है। इत्थे बहु गिणती चोरां ते ठगां दी है। गुरु दा सिख ते सिख दा गुरु, गुरु नानक ते सिख ही है। गज के आखो सतनाम श्री। बाकी सब ठग भागी चोर ने, सिर्फ गुरु ते सिख। पातशाह मेरे मन च जो संकल्प आया मैं वो आप जी नूं दस दिता, क्योंकि छुपा के तो रखना नहीं गुरु कोलों। जो ख्याल है गुरु जी नूं दसना जरूर। आप जी दे अनुसारी हाँ। देख जगत दिश की न सरजी। कहन लगे पातशाह संसारी जीव संसार दा हिस्सा है, इहदे विच साडा जन्म होया, इहदे विच असीं रहिंदे आ। कई बारी चले जांदा ध्यान ते मेरा ध्यान गया ते मैं आप जी नूं दस तां गया ना, ते गया ध्यान इधरले पासे तां बेनती कर दित्ती आप जी नूं। बरतो जथा आपकी मर्जी। पहला माता जी ने बेनती कीती सी भी जे हो सकदा है, जे हो सकदा है तो किरपा कर दिओ। उन्होंने नहीं कहा भी इस तरह होना ही चाहिए ना, जे हो सकदा है। जे हो सकदा है तो बेनती है, मर्जी है हुण करन वाले दी करे ना करे। ते महाराज मेरी तो बेनती है, बाकी मर्जी तो तुहाडी है, जिवें तुहानूं चंगा लगदा उस तरह करो। मैं तो बेनती करी आप जी नूं, जिवें आप जी दा राजा है वो ठीक है। मुझको खुशी करो तन छोरों। कहने महाराज फिर एक होर किरपा कर दिओ, फिर मैनू आग्या दिओ भी मेरा मन है भी हुण मैं शरीर त्याग दा।
ਜੇ ਆਪ ਜੀ ਦਾ ਹੁਕਮ ਹੋਵੇ, ਉਹ ਵੀ ਆਗਿਆ ਲੈਣੀ ਸਤਿਗੁਰਾਂ ਜੀ ਤੋਂ ਵੀ ਜੇ ਆਪ ਜੀ ਦਾ ਹੁਕਮ ਹੋਵੇ ਤੇ ਮੈਂ ਫਿਰ ਆਪਣਾ ਸਰੀਰ ਤਿਆਗ ਦਿਆਂ। ਗੁਰੂ ਜੀ ਤੋਂ ਆਗਿਆ ਲਈ, ਕਿਉਂਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਵੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੋਖ ਮਨਾਈ। ਇੱਥੇ ਤਾਂ ਜੋ ਸਿਰ ਤੇ ਆਈ ਹੈ ਉਹਨੂੰ ਮਾਲਕ ਦੀ ਰਜ਼ਾ ਕਰਕੇ, ਜਦੋਂ ਉਹ ਨਾਲ ਹੋ ਜਾਂਦਾ ਤੇ ਫਿਰ ਦੁੱਖ ਵੀ ਸੁੱਖ ਬਣ ਜਾਂਦਾ। ਪਰ ਜਦੋਂ ਉਹ ਨਾਲ ਨਹੀਂ ਹੁੰਦਾ ਤੇ ਫਿਰ ਸਾਡਾ ਸੁੱਖ ਵੀ ਦੁੱਖ ਬਣਿਆ ਹੋਇਆ ਹੈ। ਉਹ ਨਾਲ ਨਹੀਂ ਨਾ ਹੈ। ਅਸੀਂ ਸੁੱਖ ਦੇ ਵਿੱਚ ਉਹਨੂੰ ਵਸਾਰੇ ਹਾਂ, ਦੁੱਖਾਂ ਦੇ ਸੁੱਖਾਂ ਦੇ ਦਾਤੇ ਨੂੰ, ਤੇ ਸਾਡਾ ਸੁੱਖ ਵੀ ਦੁੱਖ ਹੈ। ਪਰ ਜੇ ਦੁੱਖ ਦੇ ਵਿੱਚ ਉਹਦੀ ਯਾਦ ਹੈ ਤੇ ਦੁੱਖ ਵੀ ਸੁੱਖ ਹੈ। ਸੋ ਇੱਥੇ ਨਿਯਮ ਹੈ ਵੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਭ ਦੇ ਨਾਲ ਮਾਲਕ ਨੇ ਆਪਣਾ ਹੁਕਮ ਲਿਖਿਆ ਹੋਇਆ, ਸਭ ਦੇ ਨਾਲ, ਤੇ ਸਭ ਦਾ ਵੱਖਰਾ ਵੱਖਰਾ ਹੈ। ਤੇ ਜਿਹਦੇ ਦੇ ਜੋ ਲਿਖਿਆ ਉਹਨੂੰ ਉਹਦੇ ਵਿੱਚ ਹੀ ਰਹਿਣਾ ਪੈਣਾ, ਕੋਈ ਕੁਝ ਨਹੀਂ ਕਰ ਸਕਦਾ। ਤਾਂ ਤੇ ਰਜਾ ਕਹਿਣ ਲੱਗੇ ਪਾਤਸ਼ਾਹ ਫਿਰ ਠੀਕ ਹੈ, ਮੇਰਾ ਮਨ ਹੈ ਵੀ ਮੈਂ ਸਰੀਰ ਤਿਆਗ ਦਿਆਂ, ਮੈਨੂੰ ਲੱਗਦਾ ਵੀ ਮੇਰਾ ਸਮਾਂ ਪੂਰਾ ਹੋ ਗਿਆ। ਸਤਿਗੁਰਾਂ ਜੀ ਨੂੰ ਬੇਨਤੀ ਕਰਕੇ ਆਗਿਆ ਲੈਂਦੇ ਹਨ। ਮਹਿਦ ਬਿਗਨ ਗਣ ਪਿਖਿਓ ਨ ਲੋਰੋ। ਪਾਤਸ਼ਾਹ ਜੀ ਮੇਰੀ ਇੱਛਾ ਹੈ ਵੀ ਇਹ ਸੰਸਾਰ ਜੇ ਐਸਾ ਹੀ ਹੈ ਨਾ ਤੇ ਮੈਂ ਹੋਰ ਨਾ ਵੇਖਾਂ। ਬਸ ਠੀਕ ਹੈ, ਜਿਹੜਾ ਵੇਖ ਲਿਆ, ਮੈਂ ਨਹੀਂ ਚਾਹੁੰਦੀ ਵੇਖਣਾ ਇਸ ਨੂੰ। ਪਿਛੇ ਰਚੋ ਜਥਾ ਮਨ ਪਾਇਆ। ਠੀਕ ਹੈ ਮਹਾਰਾਜ, ਜਿਵੇਂ ਤੁਹਾਡੀ ਰਜਾ ਹੈ ਉਹ ਆਪ ਜੀ ਰਜਾ ਦੇ ਵਿੱਚ ਆਪ ਜੀ ਰਹਿਣਾ ਕਰੋ, ਰੱਖਣਾ ਕਰੋ, ਤੇ ਮੈਨੂੰ ਦਿਓ ਆਗਿਆ। ਅਸ ਆਪਦਾ ਮੈਂ ਪਿਖ ਨ ਸਕਾਇਆ। ਪਾਤਸ਼ਾਹ ਜੀ ਮੇਰੀ ਇੱਛਾ ਨਹੀਂ ਹੈ ਵੀ ਮੈਂ ਇਸ ਨੂੰ ਵੇਖਾਂ। ਤਬ ਗੁਰ ਕਹਿਓ ਤਹੇ ਚਿਤ ਜੈਸੇ। ਹੁਣ ਸਤਿਗੁਰੂ ਜੀ ਕੋਈ ਕਿਸੇ ਨੂੰ ਮਨਾ ਨਹੀਂ ਕਰਦੇ ਵੀ ਜੇ ਤੋਂ ਵੀ ਤੈਨੂੰ ਕੀ ਲੋੜ ਪਈ। ਪਾਤਸ਼ਾਹ ਜੀ ਕਹਿੰਦੇ ਨਹੀਂ, ਜਿਵੇਂ ਤੇਰੀ ਮਰਜ਼ੀ ਹੈ ਕਰ ਲੈ, ਗੱਜ ਕੇ ਆਖੋ ਸਤਨਾਮ ਹੈ ਸ੍ਰੀ ਵਾਹਿਗੁਰੂ। ਜੇ ਤੇਰੀ ਜਾਣ ਦੀ ਇੱਛਾ ਤੇ ਜਾਓ, ਰਹਿਣ ਦੀ ਇੱਛਾ ਤੇ ਰਹੋ, ਤੁਹਾਡੀ ਮਰਜ਼ੀ ਹੈ। ਜਿਵੇਂ ਤੁਸੀਂ ਕਹਿੰਦੇ ਹੋ ਉਸ ਤਰ੍ਹਾਂ ਹੀ ਬਣ ਜਾਣਾ। ਕਹਿੰਦੇ ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ ਉਸ ਤਰ੍ਹਾਂ ਕਰੋ, ਜਾਣਾ ਚਾਹੁੰਦੇ ਚਲੇ ਜਾਓ, ਛੱਡਣਾ ਸਰੀਰ ਛੱਡ ਦਿਓ ਆਪਣਾ। ਪਰ ਇਹ ਤਾਂ ਇਸੇ ਤਰ੍ਹਾਂ ਹੀ ਰਹੇਗਾ ਜਿਵੇਂ ਹੈਗਾ, ਇਹਨੇ ਨਹੀਂ ਬਦਲਣਾ, ਇਹਦੇ 'ਚ ਕੋਈ ਬਦਲਾਅ ਨਹੀਂ। ਇਹ ਜਿਉਂ ਦਾ ਤਿਉਂ ਹੀ ਰਹੇਗਾ, ਇਸੇ ਤਰ੍ਹਾਂ ਹੀ ਹੋਵੇਗਾ ਸਭ ਕੁਝ ਜਿਵੇਂ ਮਾਲਕ ਨੇ ਖੇਡ ਬਣਾਈ ਹੋਈ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਪਰਮਾਤਮਾ ਦੀ ਮਿਤ ਮਰਿਆਦਾ ਨੂੰ ਪਰਮਾਤਮਾ ਜਾਣਦਾ ਜਾਂ ਗੁਰੂ ਸੂਰਮਾ ਜਾਣਦਾ। ਸਤਿਗੁਰਾਂ ਜੀ ਨੂੰ ਸਭ ਪਤਾ ਹੈ। ਜੇ ਉਹਨਾਂ ਦੇ ਸਿੱਖਾਂ ਨੂੰ ਪਤਾ ਚੱਲ ਜਾ ਫਿਰ ਗੁਰੂ ਨੂੰ ਨਹੀਂ ਪਤਾ। ਪਰ ਕੀ ਸਤਿਗੁਰਾਂ ਜੀ ਨੇ ਕੁਝ ਟਾਲਿਆ? ਨਹੀਂ। ਜਾਂ ਕੁਝ ਐਡਵਾਂਸ ਕੀਤਾ? ਨਹੀਂ। ਪਾਤਸ਼ਾਹ ਜੀ ਕਹਿੰਦੇ ਸਮੇਂ ਦੇ ਮੁਤਾਬਕ ਜਿਵੇਂ ਹੁੰਦਾ ਚੱਲੀ ਜਾਣ ਦਿਓ, ਬਸ ਚੱਲੀ ਜਾਣ ਦਿਓ। ਪਾਤਸ਼ਾਹ ਜੀ ਨੇ ਕਿਹਾ ਠੀਕ ਹੈ, ਤੁਹਾਡੀ ਇੱਛਾ ਹੈ ਤੇ ਤੁਸੀਂ ਜਾ ਸਕਦੇ ਹੋ, ਪਰ ਇਹ ਤਾਂ ਇਸ ਤਰ੍ਹਾਂ ਹੀ ਹੋਣਾ ਹੈ। ਜਿਹੜੀ ਖੇਡ ਪ੍ਰਮਾਤਮਾ ਨੇ ਰਚੀ ਹੈ ਇਹ ਇਸ ਤਰ੍ਹਾਂ ਹੀ ਰਹਿਣੀ ਹੈ, ਅੱਗੇ ਤੁਹਾਡੀ ਮਰਜ਼ੀ ਹੈ। ਕਰੋ ਆਪ ਪਾਵਤ ਸ਼ੁਭ ਤੈਸੇ। ਠੀਕ ਹੈ, ਜਿਵੇਂ ਤੁਹਾਡੀ ਇੱਛਾ ਹੈ ਕਰ ਲੋ। 4 ਦਿਵਸ ਜੀਵਨ ਜਗ ਮਾਹੀ। ਸੰਸਾਰ ਦਾ ਜਿਹੜਾ ਜੀਵਨ ਹੈ ਉਹ 4 ਦਿਨ ਦਾ ਹੀ ਹੈ, ਕਿਸੇ ਦਾ ਵੀ ਹੈ ਚਾਹੇ 4 ਦਿਨ ਹੀ ਹਨ। ਨਿਜ ਨਿਜ ਵਾਰੀ ਸਭ ਚਲ ਜਾਹੀ। ਬਸ ਫਿਰ ਵਾਰੂ ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ। ਜਿਹਦੀ ਵਾਰੀ ਆ ਜਾਂਦੀ ਉਹ ਆਪਣਾ ਚਲਿਆ ਜਾਂਦਾ, ਰਾਹ ਤੇ ਸਕਦਾ ਨਹੀਂ ਹੈ ਕੋਈ। ਤਾਂ ਤੇ ਭਾਈ ਸਭ ਨੇ ਚਲੇ ਜਾਣਾ ਆਪਣੀ ਆਪਣੀ ਵਾਰੀ ਦੇ ਮੁਤਾਬਕ। ਆਗੇ ਪਾਛੇ ਚੱਲਣਾ ਜ਼ਰੂਰ। ਕਿਸੇ ਨੇ ਪਹਿਲਾਂ ਕਿਸੇ ਨੇ ਬਾਅਦ ਵਿੱਚ ਜਾਣਾ ਜ਼ਰੂਰ ਹੈ। ਸਭ ਨੇ ਚਲੇ ਜਾਣਾ, ਸਭ ਨਾ ਸਹੁਰੇ ਬੰਝਣਾ, ਸਭ ਮੁਕਲਾਵਣਾ ਹਾਰ। ਇੱਕ ਦਿਨ ਮੁਕਲਾਵਾ ਤੇ ਸਭ ਦਾ ਹੋਣਾ ਹੀ ਹੋਣਾ, ਜਾਣਾ ਹੀ ਜਾਣਾ। ਜਿਹੜਾ ਇਸ ਸੰਸਾਰ ਦੇ ਵਿੱਚ ਆਇਆ ਉਹ ਭਾਈ ਜਾਵੇਗਾ ਹੀ। ਦੁੱਖ ਕੈ ਸੁਖੀ ਨੇਰ ਕੈ ਦੂਰ। ਕੋਈ ਦੁਖੀ ਹੈ, ਕੋਈ ਸੁਖੀ ਹੈ, ਕੋਈ ਦੂਰ ਦਾ, ਕੋਈ ਨੇੜੇ ਦਾ। ਸਭ ਨੂੰ ਜਾਣਾ ਪੈਣਾ ਆਪਣੀ ਵਾਰੀ ਦੇ ਮੁਤਾਬਕ। ਰਾਉ ਰੰਕ ਸਭ ਏਕ ਸਮਾਨਾ। ਰਾਣਾ ਰਾਉ ਨਾ ਕੋਰ ਹੈ, ਕੋਈ ਨਾ ਬੰਦਾ ਧੀਰ। ਗਰੀਬ ਹੈ, ਅਮੀਰ ਹੈ, ਸਭ ਨੂੰ ਜਾਣਾ ਪੈਂਦਾ। ਹੁਣ ਰਾਜੇ ਮਹਾਰਾਜੇ ਕਹਿਣ ਵੀ ਸਾਡੇ ਕੋਲ ਤਾਂ ਐਡਾ ਵੱਡਾ ਰਾਜ ਭਾਗ ਹੈ ਵੀ ਮੈਂ ਕਿਸੇ ਆਪਣੀ ਥਾਂ ਤੇ ਕਿਸੇ ਹੋਰ ਨੂੰ ਹੀ ਭੇਜ ਦਿੰਦਾ, ਕਿਸੇ ਮੰਤਰੀ ਨੂੰ ਭੇਜਦਾ ਨਾ। ਆਪਣੀ ਵਾਰੀ ਦੇ ਮੁਤਾਬਕ ਉਹਨੂੰ ਵੀ ਜਾਣਾ ਪੈਂਦਾ। ਬਾਦਸ਼ਾਹ ਸਾਹਿਬ ਆਪਾਰੀ ਮਰਨਾ, ਜੋ ਦਿਸੈ
ਸੋ ਕਾਲੈ ਕਰਨਾ। ਸਭ ਨੇ ਮਰਨਾ। ਸਤਿਗੁਰੂ ਜੀ ਕਹਿੰਦੇ ਮਰਨਾ ਸਭ ਨਹੀਂ ਹੈ, ਰਾਜਾ ਹੋਵੇ ਕੰਗਾਲ ਗਰੀਬ ਹੋਵੇ। ਉਪਜਨ ਹਾਰੇ ਬਿਨਸ ਨਿਦਾਨਾ। ਜੇ ਜੋ ਉਪਜਿਓ ਸੋ ਬਿਨਸੈ ਪਰੋ ਆਜ ਕਾ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਜਿਹੜਾ ਪੈਦਾ ਹੋਇਆ ਉਹਨੇ ਤਾਂ ਨਾਸ ਹੋਣਾ ਹੀ ਹੋਣਾ। ਕਿਤੇ ਭਾਈ ਸਰੀਰ ਹੈ, ਜੇ ਇਹਦਾ ਜਨਮ ਹੋਇਆ ਹੈ, ਜਨਮ ਤਾਂ ਮਰਨ ਹਰਕੰਗ ਤਾਂ ਸੋਗੰ ਭੋਗੰ ਤਾਂ ਰੋਗੰ। ਪਾਤਸ਼ਾਹ ਜੀ ਕਹਿੰਦੇ ਜਨਮ ਨਾਲ ਮਰਨ ਜੁੜਿਆ ਹੋਇਆ ਹੈ, ਖੁਸ਼ੀ ਨਾਲ ਗਮੀ ਜੁੜੀ ਹੋਈ ਹੈ, ਤੇ ਭੋਗ ਦੇ ਨਾਲ ਰੋਗ ਜੁੜਿਆ ਹੋਇਆ ਹੈ। ਇਹਨਾਂ ਨੂੰ ਵੱਖਰੇ ਥੋੜੀ ਆਪਾਂ ਕਰ ਸਕਦੇ ਹਾਂ। ਜੇ ਜਨਮ ਹੈ ਤਾਂ ਮਰਨ ਹੈ, ਜੋ ਜਨਮ ਹੈ ਸੋ ਜਾਨੋ ਮੂਆ। ਜਿਹੜਾ ਜਨਮ ਹੈ ਉਹਨੇ ਮਰਨਾ ਤੇ ਹੈ ਹੀ ਹੈ। ਸਮਾਂ ਕੋਈ ਨਹੀਂ ਕਿਸੇ ਦਾ ਨਿਸ਼ਚਿਤ ਵੀ ਕਿੰਨਾ ਹੈ, ਇਹ ਪ੍ਰਮਾਤਮਾ ਜਾਣਦਾ ਹੈ। ਸੋ ਸਭ ਨੇ ਜਾਣਾ ਆਪਣੀ ਆਪਣੀ ਵਾਰੀ ਦੇ ਮੁਤਾਬਕ। ਸੁਨਤ ਕੰਤ ਤੇ ਬੰਧਨ ਠਾਨੀ। ਸਤਿਗੁਰਾਂ ਜੀ ਨੇ ਇਹ ਆਗਿਆ ਦੇ ਦਿੱਤੀ ਕਿ ਤੁਸੀਂ ਆਪਣਾ ਸਰੀਰ ਆਪਣੀ ਮਰਜ਼ੀ ਨਾਲ ਛੱਡ ਸਕਦੇ ਹੋ। ਆਪਣਾ ਸਰੀਰ ਛੱਡਣਾ ਰੱਖਣਾ ਇਹ ਸਾਡੇ ਨਾਲ ਸੰਬੰਧ ਹੈ। ਪਰ ਜਿਹੜੀ ਹੁਣ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ ਉਹਦਾ ਸੰਬੰਧ ਧਰਮ ਨਾਲ ਹੈ, ਸੱਚ ਨਾਲ ਹੈ, ਵਰਲਡ ਨਾਲ ਹੈ। ਤੇ ਉਹਦੇ ਵਿੱਚ ਸਤਿਗੁਰਾਂ ਜੀ ਨੇ ਕਿਸੇ ਦੀ ਵੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ, ਚਾਹੇ ਉਹ ਸਤਿਗੁਰਾਂ ਜੀ ਦੇ ਮਹਿਲ ਹੀ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਜੀ ਕਹਿੰਦੇ ਵੀ ਸਾਡੀ ਖੇਡ ਵਿੱਚ ਕਿਸੇ ਨੇ ਨਹੀਂ ਆਉਣਾ, ਇਹ ਖੇਡ ਵਿੱਚ ਨਹੀਂ ਆਉਣਾ ਕਿਸੇ ਨੇ, ਕਿਸੇ ਨੇ ਵੀ। ਬੜੇ ਸਿੱਖ ਕਹਿੰਦੇ ਸਨ ਪਾਤਸ਼ਾਹ ਸਾਹਿਬਜ਼ਾਦਿਆਂ ਨੂੰ ਬਚਾ ਲਓ, ਅਸੀਂ ਮਰ ਜਾਂਦੇ ਆ। ਪਾਤਸ਼ਾਹ ਜੀ ਕਹਿੰਦੇ ਨਾ, ਐ ਨਹੀਂ ਕਰਨਾ, ਤੁਸੀਂ ਕਿਹੜੇ ਸਾਹਿਬਜ਼ਾਦਿਆਂ ਤੋਂ ਘੱਟ ਹੋ। ਸੋ ਗੁਰੂ ਪਾਤਸ਼ਾਹ ਜੀ ਨੇ ਇਸ ਨੂੰ ਆਪਣੇ ਕੋਲ ਰੱਖਿਆ, ਆਪਣੇ ਹਿਸਾਬ ਰੱਖਿਆ, ਇਹਦੇ ਵਿੱਚ ਕਿਸੇ ਦੀ ਦਖਲਅੰਦਾਜ਼ੀ ਨਹੀਂ। ਕਹਿੰਦੇ ਵੀ ਹਾਂ ਠੀਕ ਹੈ ਤੁਸੀਂ ਆਪਣਾ ਸਰੀਰ ਛੱਡ ਸਕਦੇ ਹੋ, ਕੋਈ ਗੱਲ ਨਹੀਂ, ਪਰ ਆ ਜਿਹੜੀ ਖੇਡ ਹੈ ਇਹ ਜਿਉਂ ਦੀ ਤਿਉਂ ਹੀ ਰਹੂਗੀ, ਇਹਦੇ ਵਿੱਚ ਬਦਲਾਅ ਨਹੀਂ, ਇਹ ਅੱਗੇ ਪਿੱਛੇ ਨਹੀਂ ਹੋਣੀ, ਇਹ ਇਸ ਤਰ੍ਹਾਂ ਹੀ ਰਹੇਗੀ। ਠੀਕ ਹੈ, ਮਾਤਾ ਜੀ ਖੁਸ਼ ਹੋ ਗਏ, ਸਤਿਗੁਰਾਂ ਜੀ ਨੇ ਆਗਿਆ ਦੇਤੀ ਵੀ ਇਹ ਤਾਂ ਰਹੇਗਾ ਇਸ ਤਰ੍ਹਾਂ ਹੀ, ਤੇ ਆਪਣਾ ਕੰਮ ਤੁਸੀਂ ਜਿਵੇਂ ਮਰਜ਼ੀ ਕਰ ਲਓ, ਸਾਡੇ ਵਾਲਾ ਕੰਮ ਇਸ ਤਰ੍ਹਾਂ ਹੀ ਰਹੇਗਾ ਜਿਵੇਂ ਹੈਗਾ। ਮਾਤਾ ਜੀ ਖੁਸ਼ ਹੋ ਗਏ। ਸਤਿਗੁਰਾਂ ਜੀ ਨੇ ਇਜਾਜ਼ਤ ਦੇ ਦਿੱਤੀ, ਅਗਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ। ਦਰਸ਼ਨ ਕਰਿਓ ਸਥਿਰ ਹੋਵੈ ਥਾਨੀ। ਗੁਰੂ ਪਾਤਸ਼ਾਹ ਜੀ ਤੇ ਬੈਠ ਕੇ ਰੱਜ ਰੱਜ ਕੇ ਦਰਸ਼ਨ ਕੀਤੇ। ਪਤ ਮੂਰਤ ਕੋ ਹਿਰਦੇ ਬਸਾਈ। ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਸਰੂਪ ਹਿਰਦੇ ਵਿੱਚ ਵਸਾ ਲਿਆ। ਕਰਬੋ ਨਮੋ ਆਪਨ ਕਰ ਆਈ। ਨਮਸਕਾਰ ਕਰਕੇ ਆਪਣੇ ਟਿਕਾਣੇ ਆ ਜਾਂਦੇ ਹਨ। ਕਰ ਇਸ਼ਨਾਨ ਪਾਵਨ ਤਨ ਵੈਕੈ। ਇਹ ਪਹਿਲਾਂ ਮਾਤਾ ਜੀ ਨੇ ਆ ਕੇ ਇਸ਼ਨਾਨ ਕਰਨਾ ਕੀਤਾ। ਤੁਝ ਕੋ ਆਸਨ ਡਾਸਨ ਕਹਿ ਇਹ ਕੇ। ਮਾਤਾ ਜੀ ਨੇ ਆਪਣਾ ਆਸਣ ਤਿਆਰ ਕਰਿਆ। ਦਾਸੀ ਆਦ ਅਪਰ ਬੋ ਨਾਰੀ। ਜਿਹੜੀਆਂ ਬੱਚੀਆਂ ਬੀਬੀਆਂ ਸੇਵਾ ਕਰਨ ਵਾਲੀਆਂ ਮਾਤਾ ਜੀ ਦੇ ਕੋਲ, ਕਰਤ ਜਿ ਸੇਵਾ ਰਖਤ ਸੁਖਾਰੀ। ਮਾਤਾ ਜੀ ਨੂੰ ਸੁਖੀ ਰੱਖਦੇ ਸਭ ਪਾਸੇ ਤੋਂ ਸੇਵਾ ਕਰਕੇ। ਕੇਤਿਕ ਪਾਸ ਰਹਿਤ ਤਿਨ ਸਾਥ। ਕਈ ਤਾਂ ਨਾਲ ਹੀ ਰਹਿੰਦੀਆਂ ਸਨ, ਕਿਤੇ ਨਹੀਂ ਸੀ ਜਾਂਦੀਆਂ। ਨਿਜ ਚਲ ਬੇਕੀ ਕਹਿ ਕਰ ਗਾਥ। ਤੇ ਉਹਨਾਂ ਨੂੰ ਮਾਤਾ ਜੀ ਨੇ ਦੱਸਿਆ ਵੀ ਬੇਟੇ ਵੀ ਮੈਂ ਹੁਣ ਆਗਿਆ ਲੈ ਲਈ ਸਤਿਗੁਰਾਂ ਜੀ ਤੋਂ, ਤੇ ਮੈਂ ਆਪਣਾ ਸਰੀਰ ਛੱਡਣ ਲੱਗੀ। ਕਮਾਲ ਦੀ ਗੱਲ ਆ, ਦੇਖੋ ਗੁਰੂ ਜੀ ਨੇ ਕੈਸੀ ਜੂਤ ਸਿਖਾਈ ਵੀ ਸਾਰਾ ਸੰਸਾਰ ਮੌਤ ਦੇ ਨਾਮ ਤੋਂ ਕਿੰਨਾ ਡਰਦਾ ਹੈ, ਪਰ ਗੁਰੂ ਦੇ ਸਿੱਖਾਂ ਨੇ ਇਹਨੂੰ ਕੁਝ ਨਹੀਂ ਸਮਝਿਆ। ਜਾਣਾ ਆਪਣਾ ਇਸ਼ਨਾਨ ਆਪ ਹੀ ਕਰ ਲਿਆ। ਇਹ ਦੱਸ ਵੀ ਦਿੱਤਾ ਕਿ ਭਾਈ ਹੁਣ ਅਸੀਂ ਆਪਣਾ ਸਰੀਰ ਤਿਆਗਣਾ ਹੈ। ਜੋ ਜਿਨ ਜਾਚਿਓ ਸੋ ਤਿਨ ਦੀਗੋ। ਮਾਤਾ ਜੀ ਨੇ ਕਿਹਾ ਵੀ ਤੁਸੀਂ ਸੇਵਾ ਕੀਤੀ ਹੈ, ਜੇ ਤੁਹਾਡੀ ਕੋਈ ਇੱਛਾ ਤੇ ਦੱਸੋ। ਗੁਰੂ ਨਾਨਕ ਦੇ ਘਰ ਤੋਂ ਕੋਈ ਖਾਲੀ ਨਾ ਜਾਵੇ, ਕੋਈ ਵਾਂਝਾ ਨਾ ਜਾਵੇ। ਤੁਹਾਨੂੰ ਚਾਹੀਦਾ ਕੁਝ ਦੱਸੋ। ਜਿਹਨੇ ਜੋ ਕਿਹਾ ਮਾਤਾ ਜੀ ਨੇ ਉਸੇ ਤਰ੍ਹਾਂ ਹੀ ਹਾਂ ਕਰ ਦਿੱਤੀ। ਮਨ ਪਾਵਤ ਸਭ ਹੂੰ ਬਰ ਲੀਗੋ। ਸਭ ਨੇ ਬਖਸ਼ਾਂ ਪ੍ਰਾਪਤ ਕੀਤੀਆਂ ਮਾਤਾ ਜੀ ਤੋਂ, ਜਿਨ੍ਹਾਂ ਨੇ ਸੇਵਾ ਕੀਤੀ ਸੀ। ਆਸਨ ਕਰ ਬੈਠੀ ਤਤਕਾਲਾ। ਮਾਤਾ ਜੀ ਆਸਣ ਤੇ ਬੈਠ ਜਾਂਦੇ ਹਨ। ਆਦਿ ਪੂਰਬ ਜੋਗ ਵਿਸਾਲਾ। ਇਹ ਮਾਤਾ ਜੀ ਬੈਠ ਕੇ ਸਤਿਗੁਰਾਂ ਜੀ ਦੀ ਬਾਣੀ ਪੜ੍ਹਦੇ। ਜਪਜੀ ਸਾਹਿਬ ਜੀ ਦਾ ਪਾਠ ਕਰਨ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ। ਕਈ ਥਾਂ ਤੇ ਸੁਖਮਨੀ ਸਾਹਿਬ ਦੀ ਦਾ ਜ਼ਿਕਰ ਆਉਂਦਾ ਹੈ। ਚਲੋ ਬਾਣੀ ਬਾਣੀ ਹੈ। ਇਸ਼ਨਾਨ ਕਰਕੇ
ਬਾਣੀ ਪੜਨੀ ਬੈਠ ਕੇ ਇਸ ਅਭਿਆਸ ਬਲ ਤੇ ਖਿਚ ਸਵਾਸ ਬਿਲਕੁਲ ਪੂਰੇ ਆਪਣੇ ਗੁਰਬਾਣੀ ਨੂੰ ਅਭਿਆਸ ਦੇ ਨਾਲ ਪ੍ਰੇਮ ਦੇ ਨਾਲ ਪੜ੍ਹਦੇ ਹੋਏ ਦਸਮ ਦਵਾਰ ਮੈਂ ਕਰਤੇ ਬਾਸ ਫਿਰ ਮਾਤਾ ਜੀ ਸਤਿਗੁਰਾਂ ਜੀ ਦੇ ਪਾਵਨ ਸਰੂਪ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਂਦੇ ਹਨ। ਪਾਏ ਜੋਰ ਪ੍ਰਵਰੰਦਰ ਫੋਰਾ ਫਿਰ ਮਾਤਾ ਜੀ ਨੇ ਆਪਣੇ ਸਰੀਰ ਨੂੰ ਸਹਿਜ ਸੁਭਾਵਕ ਤਿਆਗ ਦੇਣਾ ਕੀਤਾ। ਗਮਨੀ ਗੁਰਪੁਰ ਤਨ ਕੋ ਸ਼ੋਰਾ ਇਉਂ ਸਤਿਗੁਰਾਂ ਜੀ ਦੇ ਮਹਿਲ ਮਾਤਾ ਜੀਤੋ ਜੀ ਆਪਣਾ ਪਾਵਨ ਸਰੀਰ ਤਿਆਗਦੇ ਹਨ। ਦੇਖਤ ਦਾਸੀ ਦੌਰਤ ਗਈ ਇਸ ਵਾਤ ਮਾਤਾ ਜੀ ਦਾ ਸਰੀਰ ਸ਼ਾਂਤ ਹੋ ਗਿਆ, ਨਬਜ ਵੇਖੀ, ਸਵਾਸ ਵੇਖੇ ਤਾਂ ਸੇਵਾਦਾਰਨੀਆਂ ਖਬਰ ਦਿੰਦੀਆਂ ਭੱਜ ਕੇ ਮਾਤਾ ਜੀ ਨੂੰ, ਮਾਤਾ ਗੁਜਰੀ ਕੋ ਸੁਧ ਦਈ ਜਾ ਕੇ ਮਾਤਾ ਜੀ ਨੂੰ ਦੱਸਣਾ ਕੀਤਾ। ਸੁਣ ਤੇ ਅਚੰਭੈ ਹੋਏ ਕਰ ਆਈ ਮਾਤਾ ਜੀ ਬੜੇ ਹੈਰਾਨ ਹੋਏ ਵੀ ਕੀ ਗੱਲ ਹੋ ਗਈ, ਕਿਉਂਕਿ ਐਸਾ ਕੁਝ ਹੈ ਨਹੀਂ ਸੀ, ਸਹਿਜ ਸੁਭਾਵਕ ਆਏ ਮਾਤਾ ਜੀ ਕੋਲ। ਦੇਖ ਨੁਖਾਗਤ ਕੋ ਬਿਲ ਖਾਈ ਦੇਖਿਆ ਮਾਤਾ ਜੀ ਨੇ ਆਪਣੀ ਨੂੰਹ ਨੂੰ ਜਿਹੜੇ ਸਰੀਰ ਤਿਆਗ ਚੁੱਕੇ ਹਨ। ਸੁਨ 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 ਸੁੰਦਰੀ ਤੇ ਆਦ ਇਹਨਾਂ ਨੂੰ ਮਾਤਾ ਸੁੰਦਰੀ ਜੀ ਆ ਜਾਂਦੇ ਹਨ। ਮਿਲੇ ਆਏ ਕੇ ਰੋਦਨ ਨਾਦ ਸਾਰਿਆਂ ਦੇ ਅੰਦਰ ਵਿਰਾਗ ਫੁੱਟਦਾ। ਸਭ ਸਤਿਗੁਰ ਪਠ ਦਾਸ ਹਟਾਈ ਜਦੋਂ ਕਿਸੇ ਦੇ ਰੋਣ ਦੀ ਆਵਾਜ਼ ਆਈ, ਨਾਲ ਦੀ ਨਾਲ ਸਤਿਗੁਰਾਂ ਜੀ ਨੇ ਸੁਨੇਹਾ ਭੇਜਿਆ, ਕਰੋ ਦਹਾ ਇਹ ਸੁਰਗ ਸਦਾਈ ਸਤਿਗੁਰੂ ਜੀ ਕਹਿੰਦੇ ਰੋਣਾ ਨਹੀਂ ਆਇਆ ਕਿਸੇ ਨੇ, ਸਰੀਰ ਤਿਆਗਤਾ, ਹੁਣ ਅਗਲਾ ਕੰਮ ਸਰੀਰ ਨੂੰ ਸੰਭਾਲਣ ਦਾ। ਸੰਸਕਾਰ ਕਰੋ ਭਾਈ ਹੁਣ ਤਿਆਰੀ। ਸੁਨ ਆਇਸ ਤਿਆਰੀ ਕਰਵਾਏ ਸਾਰੀ ਤਿਆਰੀ ਕਰਵਾਉਣਾ ਕੀਤੀ, ਸੇਵਕਾਂ ਨੇ ਹੁਕਮ ਸੁਣਦਿਆਂ ਹੀ ਕਰ ਇਸ਼ਨਾਨ ਪਟ ਨਵ ਪਹਿਰਾਏ ਨਵੇਂ ਵਸਤਰ ਪਹਿਨਾ ਕੇ ਸਰੀਰ ਨੂੰ ਇਸ਼ਨਾਨ ਕਰਵਾ ਕੇ ਸਹਿਬਜ਼ਾਦੇ ਚਾਰੋਂ ਸਾਥ ਚਾਰੇ ਸਾਹਿਬਜ਼ਾਦੇ ਕੋਲ ਆਏ ਹਨ। ਕਰੇ ਬਿਬਾਨ ਉਠਾਏ ਸਹਾਥ ਮਾਤਾ ਜੀ ਦੇ ਪਾਵਨ ਵਿਮਾਨ ਨੂੰ ਲੈ ਕੇ ਜਾਂਦੇ ਨੇ। ਆਦ ਖਾਲਸਾ ਲੋਕ ਕਨੇਰੇ ਆਦਿ ਖਾਲਸਾ ਤੇ ਸਾਰੇ ਨਗਰ ਵਾਲੇ ਗਮਨੇ ਸੰਗ ਵਹਿਰ ਤਿਸ ਬੇਰੇ ਨਾਲ ਜਾਂਦੇ ਹਨ ਸਾਰੇ ਬਾਹਰ ਨੂੰ। ਨਾਮ ਅਗੰਮਪੁਰਾ ਜਿਸ ਥਾਨਾ ਜਿਸ ਸਥਾਨ ਤੇ ਅਗੰਮਪੁਰਾ ਸਥਾਨ ਬਣਿਆ ਮਾਤਾ ਜੀ ਦਾ, ਲੋ ਪਹੁੰਚੇ ਗੁਰੂ ਬਖਾਨਾ ਗੁਰੂ ਪਾਤਸ਼ਾਹ ਜੀ ਇੱਥੇ ਗਏ ਤੇ ਹੁਕਮ ਕੀਤਾ। ਗਾਵਤ ਸ਼ਬਦ ਰਬਾਬੀ ਆਗੇ ਕੀਰਤਨ ਹੋ ਰਿਹਾ, ਰਬਾਬੀ ਗਾ ਰਹੇ ਹਨ ਸ਼ਬਦ। ਸਿਮਰ ਨਾਮ ਸਿੱਖ ਵਡ ਪਾਗੇ ਵੱਡੇ ਭਾਗਾਂ ਵਾਲੇ ਸਿਮਰਨ ਕਰ ਰਹੇ ਹਨ। ਮਨ ਚੰਦਨ ਨਾਈ ਚੰਦਨ ਦੀ ਚਿਖਾ ਤਿਆਰ ਕੀਤੀ ਗਈ। ਸੁਤ ਨੇ ਕੇ ਕਰ ਅਗਨ ਲਗਾਈ ਮਾਤਾ ਜੀ ਦੇ ਸੁਪੁੱਤਰ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਜੀ, ਮਾਤਾ ਜੀਤੋ ਜੀ ਤੋਂ ਅਜੀਤ ਸਿੰਘ ਜੀ ਨੇ ਤਿੰਨ ਸਾਹਿਬਜ਼ਾਦੇ ਮਾਤਾ ਜੀ ਦੇ, ਮਾਤਾ ਜੀਤੋ ਜੀ ਤੋਂ ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ। ਹੁਣ ਵੱਡੇ ਨੇ ਜੁਝਾਰ ਸਿੰਘ ਜੀ। ਬਾਬਾ ਜੁਝਾਰ ਸਿੰਘ ਜੀ ਚੀਖਾਂ ਨੂੰ ਅਗਨੀ ਦਿਖਾਉਂਦੇ ਨੇ। ਫਿਲ ਜਬ ਕ੍ਰਿਤ ਪਾਏ ਸਮਦਾਏ ਕੀਲਾ ਜਾਮਨ ਦੇਸੀ ਘਿਓ ਵਰਤਿਆ ਗਿਆ। ਕਰੀ ਪ੍ਰਕਰਮਾ ਫਿਰ ਚੌਂਕਾਏ ਪਰਕਰਮਾ ਕੀਤੀਆਂ ਗਈਆਂ ਮਾਤਾ ਜੀ ਦੇ ਅੰਗੀਠੇ ਦੀਆਂ। ਅਬ ਲੋਕੀ ਜਬ ਆਦਿਕ ਜਰੀ ਇਸ ਵਕਤ ਵੇਖਿਆ ਵੀ ਅੱਧਾ ਕੁ ਸਰੀਰ ਜਿਹੜਾ ਅਗਨ ਭੇਟ ਹੋ ਜਾਂਦਾ ਹੈ। ਪੁੱਤਰ ਕਪਾਲ ਕਿਰਿਆ ਤਬ ਕਰੇ ਇਹ ਜਿਹੜੀ ਕਿਰਿਆ ਪੰਥ ਦੇ ਵਿੱਚ ਸ਼੍ਰੀ ਸੋਹਿਲਾ ਸਾਹਿਬ ਜੀ ਦਾ ਪਾਠ ਪੜਿਆ ਜਾਂਦਾ ਹੈ। ਸਤ ਦਰਵ ਨਿਕਟ ਗਏ ਚੱਲ ਫੇਰ ਇਹ ਸਤਲੁਜ ਦਰਿਆ ਦੇ ਕਿਨਾਰੇ ਤੇ ਜਾਂਦੇ ਨੇ। ਕਰਿਓ ਇਸ਼ਨਾਨ ਸਭਨ ਤਿਸ ਬੇਰ ਸਾਰਿਆਂ ਨੇ ਉੱਥੇ ਇਸ਼ਨਾਨ ਕਰਨਾ ਕੀਤਾ। ਬਿਦ ਸੋ ਦਿਗੈ ਤਿਲਾਂ ਜੁਨ ਤਬੈ ਇੱਥੇ ਹੀ ਫਿਰ ਅਰਦਾਸ ਕਰਨਾ ਕੀਤੀ। ਆਏ ਗੁਰ ਸਿਮਰਤ ਪੁਰ ਸਭੈ ਸਾਰੇ ਗੁਰੂ ਦੀ ਪੂਰੀ ਵਿੱਚ ਆ ਜਾਂਦੇ ਹਨ। ਫਿਰ ਕਲਗੀ ਤਰ ਕੇ ਟਿਕ ਬੈਸੇ ਕੁਝ ਸਮਾਂ ਕਲਗੀਧਰ ਪਾਤਸ਼ਾਹ ਜੀ ਬੈਠਦੇ ਹਨ। ਚਲਿਓ ਪ੍ਰਸੰਗ ਤਜਿਓ ਤਨ ਜੈਸੇ ਫਿਰ ਸਰੀਰ ਦੇ ਤਿਆਗਣ ਦੀ ਗੱਲ ਚੱਲਦੀ ਹੈ। ਇਕ ਤੇ ਪਰਸਰਾਮ ਬੈਰਾਗੀ ਉੱਥੇ ਫਿਰ ਇੱਕ ਪਰਸਰਾਮ ਬੈਰਾਗੀ ਬੈਠਿਆ ਹੈ ਸੰਗਤ ਦੇ ਵਿੱਚ। ਮਾਤਾ ਜੀਤੋ ਜੀ ਜਿਨ੍ਹਾਂ ਦਾ ਵਿਕਰਮੀ ਸੰਮਤ 1634 ਦੇ ਵਿੱਚ ਲਾਹੌਰ ਦੇ ਵਿੱਚ ਭਾਈ ਸਪੀਖੀਏ ਦੇ ਘਰੇ ਜਨਮ ਹੋਇਆ ਤੇ ਸਤਿਗੁਰਾਂ ਜੀ ਦੇ ਨਾਲ ਬੇਨਤੀ ਕਰਕੇ ਸਗਾਈ ਹੋਈ। ਵਿਆਹ ਦੇ ਸਮੇਂ ਸਤਿਗੁਰਾਂ ਜੀ ਨੇ ਗੁਰੂ ਕਾ ਲਾਹੌਰ ਵਸਾਇਆ।
ਇਸ ਤਰ੍ਹਾਂ ਮਾਤਾ ਜੀ 1757 ਬਿਕਰਮੀ ਦੇ ਵਿੱਚ 13 ਅਸੂ ਨੂੰ ਸਤਿਗੁਰਾਂ ਜੀ ਦੀ ਆਗਿਆ ਲੈ ਕੇ ਅਕਾਲ ਚਲਾਣਾ ਕਰ ਜਾਂਦੇ ਹਨ। ਧੰਨ ਨੇ ਉਹ ਮਾਤਾ ਜੀਤੋ ਜੀ, ਕਿੰਨੀ ਉਹਨਾਂ ਦੀ ਭਗਤੀ ਕਿ ਜਿਨ੍ਹਾਂ ਦਾ ਆਨੰਦ ਕਾਰਜ ਜਗਤ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਹੋਇਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਗੁਰੂ ਦੇ ਦਰਸ਼ਨ ਕਰਨ ਵਾਸਤੇ ਕਿੰਨੇ ਵੱਡੇ ਭਾਗ ਚਾਹੀਦੇ ਨੇ ਸਿੱਖ ਲੋ, ਤੇ ਉੱਥੇ ਮਾਤਾ ਜੀ ਦਾ ਸੰਬੰਧ ਬਣਿਆ। ਕਿੰਨੀ ਭਗਤੀ ਮਾਤਾ ਜੀ ਦੀ ਆਪਾਂ ਹਿਸਾਬ ਨਹੀਂ ਲਾ ਸਕਦੇ। तो ऐसे माता जीत कौर जी अमृत छक के जीत कौर नाम होया। पहला माता जीतो जी कर गए सी, 3 साहिबजादे जिन्हां दे माता गुजर कौर जी ने पालना की। बाबा जुझार सिंह, बाबा जोरावर सिंह, बाबा फतेह सिंह जी। ते कर लो दर्शन, सरहंद दियां नीहां दे विच खड़े हैं वो माता जीतो जी दे, जिन्हां दी कुखों ऐसे साहिबजादियां दा जन्म होया कि जिन्हां ने 7 साल की उम्र दे विच दसता भी सिक्खी की हुंदी है, धर्म की हुंदा है, जुल्म दे खिलाफ लड़ना की हुंदा है। वो 7 साल की उम्र दे विच संसार नूं दसना कीता। पावन इतिहास की प्रचार करदिआं होया होइआं भुल्लां लई दास खिमां दा जाचक है। वाहिगुरू जी का खालसा, वाहिगुरू जी की फतेह। अचुत है अविनाशी अग, हे पूरन हे सर्वमय दुख भंजन, हे संगी हे निरंकार, हे निर्गुण सब, हे गोबिंद हे गुण निधान जाके सदा, हे अपरंपर हर हरे हाय पे होवन, हे संत कै सदा संग निधाराया, हे ठाकुर हाँ दासरो मैं निर्गुण गुण नहीं, नानक दीजै नाम दान राखो हिय परोए, आए प्रभ शरणागति कृपा नित दयाल, एक अखर हर मन बस्त नानक होत निहाल, वाहिगुरु नाम जहाँ जह चढ़े सो तरे पार, जो शरदा कर सेवंदे गुर पार उतारण हार, वाहिगुरु नाम जहाँ जह चढ़े सो तरे पार, जो शरदा कर सेवंदे गुर पार उतारण हार, वाहे गुरु वाहे गुरु वाहे गुरु, 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 वाहे गुरु वाहे गुरु वाहे गुरु। वाहिगुरु जी का खालसा, वाहिगुरु जी की फतेह।